ਮਹਿਮਾਨ ਵਜੋਂ ਸਾਡੇ ਆਪਣੇ ਸਤਿਕਾਰਯੋਗ ਬੱਚੇ ਸਾਡੇ ਵੀਰ ਸਾਡੇ ਨਾਲ ਸ਼ਾਮਲ ਹੁੰਦੇ ਨੇ ਔਰ ਖਾਸ ਤੇ ਵਿਸ਼ੇਸ਼ ਗੱਲ ਇਹ ਰਹਿੰਦੀ ਹੈ ਕਿ ਜਿਸ ਮੁੱਦੇ ਉੱਪਰ ਆਪਾਂ ਗੱਲ ਕਰੀਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਸ ਮੁੱਦੇ ਬਾਰੇ ਉਹ ਖਾਸ ਭਰਪੂਰ ਜਾਣੂ ਹੋਣ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਬੜੀ ਗੰਭੀਰਤਾ ਦੇ ਨਾਲ ਸਿੱਖੀ ਨੂੰ ਸਮਝ ਰਿਹਾ ਹੈ, ਬੜੀ ਗੰਭੀਰਤਾ ਦੇ ਨਾਲ ਸਿੱਖੀ ਦੇ ਪ੍ਰਤੀ ਚਿੰਤਾ ਤੁਰ ਵੀ ਹੈ, ਉਹ ਚਿੰਤਕ ਵੀ ਹੈ। ਤੋ ਇਸ ਮੱਦੇ ਨਜ਼ਰ ਆਪਾਂ ਅੱਜ ਦੀਆਂ ਖਾਸ ਅਤੇ ਵਿਸ਼ੇਸ਼ ਕੁਝ ਐਸੀਆਂ ਦਰਪੇਸ਼ ਸਮੱਸਿਆਵਾਂ ਨੂੰ ਸੁਲਝਾ ਤਾਂ ਨਹੀਂ ਅਸੀਂ ਸਕਦੇ ਕਿਉਂਕਿ ਨਾ ਮੈਂ ਨਾ ਤੁਸੀਂ ਨਾ ਸਾਡੇ ਮਹਿਮਾਨ ਨਾ ਸਾਡਾ ਚੈਨਲ ਅਸੀਂ ਕੋਈ ਅਥਾਰਟੀ ਨਹੀਂ ਹਾਂ, ਲੇਕਿਨ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ ਤਾਂ ਕਰ ਸਕਦੇ ਹਾਂ। ਆਪ ਸਹਿਮਤ ਹੋਵੋ ਜਾਂ ਆਪ ਨਾ ਸਹਿਮਤ ਹੋਵੋ ਇਹ ਤਾਂ ਆਪ ਜੀ ਦੇ ਮਨਾਂ ਦੇ ਅੰਦਰ ਬੈਠੇ ਜੱਜਾਂ ਨੇ ਫੈਸਲਾ ਕਰਨਾ ਹੁੰਦਾ। ਇਸੇ ਕਰਕੇ ਮੈਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਲਾਈਨ ਖੋਲ੍ਹਿਆ ਕਰਦਾ ਆਪ ਜੀ ਦੇ ਲਈ। ਥੋੜ੍ਹੀ ਦੇਰ ਬਾਅਦ ਲਾਈਨਸ ਖੁੱਲ੍ਹ ਜਾਣਗੀਆਂ, ਅਗਰ ਆਪ ਚਾਹੋ ਤਾਂ ਸਾਡੀ ਆਏ ਹੋਏ ਮਹਿਮਾਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਲੇਕਿਨ ਮੈਂ ਇਹ ਗੱਲ ਬੜੀ ਨਿਸ਼ਠਾ ਦੇ ਨਾਲ ਕਹਿਣੀ ਚਾਹਾਂਗਾ, ਬੜੇ ਉਤਸ਼ਾਹ ਦੇ ਨਾਲ ਕਹਿਣੀ ਚਾਹਾਂਗਾ ਕਿ ਅੱਜ ਦੇ ਜਿਹੜੇ ਸਾਡੇ ਨੌਜਵਾਨ ਵੀਰ ਨੇ ਉਹ ਬਹੁਤ ਹੀ ਕਾਬਲ ਪੜ੍ਹੇ ਲਿਖੇ ਔਰ ਸਿੱਖੀ ਨੂੰ ਬੜੇ ਨੇੜਿਓਂ ਸਮਝਣ ਵਾਲੇ। ਇਸ ਕਰਕੇ ਮੈਂ ਚਾਹਾਂਗਾ ਕਿ ਅੱਜ ਦਾ ਜਿਹੜਾ ਸਮਾਂ ਹੈ ਉਹ ਵੱਧ ਤੋਂ ਵੱਧ ਉਹਨਾਂ ਦੀ ਵਿਦਵਤਾ ਦਾ, ਉਹਨਾਂ ਦੇ ਤਜਰਬੇ ਦਾ ਔਰ ਉਹ ਕੀ ਸੋਚਦੇ ਨੇ ਸਿੱਖੀ ਬਾਰੇ ਔਰ ਕਿਉਂ ਆ ਰਹੀਆਂ ਐਸੀਆਂ ਦਰਪੇਸ਼ ਪ੍ਰੋਬਲਮ ਸਮੱਸਿਆਵਾਂ, ਉਹਨਾਂ ਦੇ ਬਾਰੇ ਆਪਾਂ ਉਹਨਾਂ ਪਾਸੋਂ ਅੱਜ ਬਹੁਤ ਜ਼ਿਆਦਾ ਲਾਭ ਲੈ ਸਕਦੇ ਹਾਂ। ਇਸ ਕਰਕੇ ਮੈਂ ਚਾਹਾਂਗਾ ਕਿ ਆਪ ਫੋਨ ਕਾਲਸ ਕਰੋ, ਮਿਲਾਓ ਜ਼ਰੂਰ, ਲੇਕਿਨ ਸ਼ਾਰਟ ਦੇ ਵਿੱਚ ਉਹਨਾਂ ਪਾਸੋਂ ਸਿਰਫ ਪ੍ਰਸ਼ਨ ਹੀ ਪੁੱਛਣ ਲਈ ਆਪ ਫੋਨ ਮਿਲਾਇਓ। ਸਿੱਧਾ ਉਹਨਾਂ ਨੂੰ ਪ੍ਰਸ਼ਨ ਪੁੱਛਿਓ ਤਾਂ ਕਿ ਆਪਾਂ ਕਿਸੇ ਨਾ ਕਿਸੇ ਹੱਲ ਤੱਕ ਪਹੁੰਚ ਸਕੀਏ। ਆਖਰ ਜਿਸ ਵਕਤ ਕੌਮ ਸਹਿਮਤ ਹੋ ਜਾਂਦੀ ਹੈ ਕਿਸੇ ਇੱਕ ਹੱਲ ਦੇ ਲਈ ਤਾਂ ਜ਼ਾਹਿਰ ਤੌਰ ਉੱਪਰ ਆਪ ਜੀ ਨੇ ਦੇਖਿਆ ਹੈ ਤਾਂ ਫਿਰ ਉੱਥੇ ਬੈਠੇ ਜਿਹੜੇ ਕਾਬਜ਼ ਲੋਕ ਨੇ ਭਾਵੇਂ ਉਹ ਕਿਸੇ ਵੀ ਸਰਕਾਰ ਦੇ ਹੱਥ ਠੋਕੇ ਕਿਉਂ ਨਾ ਹੋਣ, ਫਿਰ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਰਟਨ ਪੁਆਇੰਟ ਤੇ ਆ ਕੇ ਝੁਕਣਾ ਹੀ ਪੈਂਦਾ ਕਿਉਂਕਿ ਆਫਟਰ ਆਲ ਅਸੀਂ ਦੇਖਣਾ ਤਾਂ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਨਾ, ਅਸੀਂ ਦੇਖਣਾ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਨਾ, ਆਪਾਂ ਦੇਖਣਾ ਤੇ ਆਪਣੇ ਹਰਮੰਦਰ ਸਾਹਿਬ ਵਾਲੇ ਨਾ। ਇਹ ਵੱਖਰੀ ਗੱਲ ਹੈ ਕਿ ਉਹਨਾਂ ਜਗ੍ਹਾਵਾਂ ਉੱਪਰ ਕਬਜ਼ਾ ਹੋ ਚੁੱਕਿਆ, ਉਹਨਾਂ ਜਗ੍ਹਾਵਾਂ ਉੱਪਰ ਉਹ ਲੋਕ ਬੈਠ ਚੁੱਕੇ ਨੇ ਜਿਹੜੇ ਕਿ ਸਿੱਖ ਵਿਰੋਧੀ ਸ਼ਕਤੀਆਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ। ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣਾ ਸਿਧਾਂਤ ਉਸ ਉੱਤੇ ਵਿਚਾਰ ਨਾ ਕਰੀਏ। ਤਾਂ ਜਿਸ ਵਕਤ ਵਿਚਾਰ ਦੀ ਸਹਿਮਤੀ ਹੁੰਦੀ ਹੈ ਤਾਂ ਜ਼ਾਹਿਰ ਤੌਰ ਉੱਪਰ ਉਸ ਵਕਤ ਉਹਨਾਂ ਨੂੰ ਵੀ ਝੁਕਣਾ ਹੀ ਪੈਂਦਾ, ਜਿਵੇਂ ਕਿ ਪਿੱਛੇ ਐਸਾ ਹੋਇਆ ਵੀ। ਇਸ ਵਕਤ ਬੜੀਆਂ ਗੰਭੀਰ ਦਰਪੇਸ਼ ਸਮੱਸਿਆਵਾਂ ਆ ਰਹੀਆਂ ਨੇ ਸਾਡੀ ਕੌਮ ਨੂੰ, ਤਾਂ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਆਪਾਂ ਵਾਰੀ ਹੱਲ ਲੱਭਣ ਦੀ ਜਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਔਰ ਉਸ ਤੋਂ ਪਹਿਲਾਂ ਮੈਂ ਆਪਣੇ ਆਏ ਹੋਏ ਉਹਨਾਂ ਸਤਿਕਾਰਯੋਗ ਵੀਰਾਂ ਦੇ ਨਾਲ ਆਪ ਜੀ ਦੀ ਬਰੀਫ ਜਿਹੀ ਇੰਟਰੋਡਕਸ਼ਨ ਕਰਾ ਦਿਆਂ। ਬਰੀਫ ਇੰਟਰੋਡਕਸ਼ਨ ਦਾ ਮਤਲਬ ਹੈ ਕਿ ਮੈਂ ਸਿਰਫ ਉਹਨਾਂ ਦਾ ਨਾਮ ਹੀ ਦੱਸਾਂਗਾ, ਬਾਅਦ ਦੇ ਵਿੱਚ ਉਹਨਾਂ ਕੋਲੋਂ ਆਪਾਂ ਪੁੱਛਾਂਗੇ ਕਿ ਉਹ किस विषय उपर जी अपनी वो PhD कर रहे हैं और फिर उन्होंने पासों वारों वार आप सवाल करांगे। मेरे नाल बिल्कुल मेरे सज्जे पासे बैठे ने प्रभ शरणवीर सिंह साहब जी जिहड़े कि यूनीवर्सिटी ऑफ ब्रिटिश कोलंबिया उत्थों PhD कर रहे हैं, डॉक्टरेट ऑफ फिलोसफी। और उन्होंने नाल बैठे ने प्रभ शरणदीप सिंह साहब जी जिहड़े ऑक्सफर्ड यूनीवर्सिटी तो PhD कर रहे हैं। तो दोनों ही सत्कारयोग इन्हां वीरां नूं मैं फतेह बुलाना आप सारे वालों। वाहिगुरू जी का खालसा वाहिगुरू जी की फतेह। प्रभ शरणवीर सिंह जी और प्रभ शरणदीप सिंह जी, पहला तो नाम ही सुन के बड़ा मज़ा आता गुरसिखां दे नाम और बड़े सब तो पहला तो ਬਰੀਫ ਦੇ ਵਿੱਚ ਤੁਸੀਂ ਦੋ ਬੜੀ ਸ਼ਾਰਟ ਦੇ ਵਿੱਚ ਆਪਣੇ ਬਾਰੇ ਥੋੜਾ ਸਾਡੇ ਵਿਊਅਰਸ ਨੂੰ ਦੱਸੋ। ਮੈਂ ਚਾਹਾਂਗਾ ਪ੍ਰਭ ਸ਼ਰਨਦੀਪ ਸਿੰਘ ਸਾਹਿਬ ਜੀ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਦੱਸੋ। ਵੈਸੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ, ਲੇਕਿਨ ਤੁਸੀਂ ਆਪਣੀ ਜਿਹੜੀ ਸਟੱਡੀ ਹੈ ਜਿਹੜੀ ਕਰ ਰਹੇ ਹੋ ਉਹਦੇ ਬਾਰੇ ਥੋੜਾ ਜਿਹਾ ਜ਼ਰੂਰ ਸਾਨੂੰ ਯਾਦ ਕਰਾਓ। ਉਸ ਤੋਂ ਬਾਅਦ ਫਿਰ ਪ੍ਰਭ ਸ਼ਰਨਵੀਰ ਸਿੰਘ ਸਾਹਿਬ ਕੋਲ ਪੁੱਛਾਂਗਾ, ਫਿਰ ਮੇਰੇ ਪਾਸ ਕਈ ਕੁਐਸਚਨ ਨੇ ਔਰ ਸਾਡੇ ਕਈ ਵਿਊਅਰਸ ਵੀ ਤੁਹਾਡੇ ਨਾਲ ਕੁਐਸਚਨ ਕਰਨਗੇ ਜੀ। ਹਾਂਜੀ, ਮੇਰਾ ਟੌਪਿਕ ਹੈ ਮੈਟਾਫਿਜ਼ਿਕਸ ਐਂਡ ਰੋਮਾਂਟਿਸਿਜ਼ਮ, ਸਟੱਡੀ ਆਫ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ ਐਂਡ ਹਰਿੰਦਰ ਸਿੰਘ ਮਹਿਬੂਬ। ਮੈਂ ਜਿਹੜੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਫਿਲੋਸੋਫੀਕਲ ਤੇ ਲਿਟਰੇਰੀ ਪ੍ਰਭਾਵ ਜੀ ਸਿੱਖਾਂ ਦੇ ਉੱਤੇ ਪਏ, ਉਹਦੇ ਨਾਲ ਸਿੱਖ ਕਵੀਆਂ ਤੇ ਵਿਦਵਾਨਾਂ ਨੇ ਕਿਵੇਂ ਨਜਿੱਠਿਆ, ਕਿਸ ਲੈਵਲ ਦੀ ਉਹਨਾਂ ਦੀ ਇੰਗੇਜਮੈਂਟ ਹੋਈ, ਸਿੱਖਾਂ ਦਾ ਆਪਣਾ ਓਰੀਜਨਲ ਕੀ ਸੀ ਤੇ ਉਹਨਾਂ ਦਾ ਜਿਹੜੇ ਕਲੋਨੀਅਲ ਨੈਰੇਟਿਵਸ ਆ ਫਿਲੋਸੋਫੀਕਲ ਜਾਂ ਲਿਟਰੇਰੀ ਉਹਨਾਂ ਨੂੰ ਰਿਸਪੌਂਸ ਕੀ ਸੀ। ਇਹ ਮੇਰੀ PhD ਹੈ ਜੀ। ਵੈਰੀ ਨਾਈਸ। ਤੁਹਾਡੀ ਪ੍ਰਭ ਸ਼ਰਨਦੀਪ ਸਿੰਘ ਸਾਹਿਬ? ਹਾਂਜੀ, ਮੈਂ ਕਰ ਰਿਹਾ ਜੀ ਇੰਟਰਡਿਸਪਲਿਨਰੀ ਸਟੱਡੀਜ਼ ਦੇ ਵਿੱਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ। ਮੇਰੀ ਬੈਕਗਰਾਊਂਡ ਹੈ ਜਿਹੜੀ ਉਹ ਹੈਗੀ ਆ ਫਿਲੋਸਫੀ ਦੀ ਜੀ। ਤੇ ਮੇਰਾ ਟੌਪਿਕ ਹੈ ਜਿਹੜਾ ਉਹ ਇਹ ਹੈ ਕਿ 1849 ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਪੰਜਾਬ ਦੇ ਉੱਤੇ ਕਬਜ਼ਾ ਹੋਇਆ ਤੇ ਸਿੱਖਾਂ ਦਾ ਰਾਜ ਆ ਜਿਹੜਾ ਖਤਮ ਹੋਇਆ, ਉਹਦੇ ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਬਹੁਤ ਵੱਡੇ ਪੱਧਰ ਤੇ ਸੁਸਾਇਟੀ ਨੂੰ ਰੀਆਰਗੇਨਾਈਜ਼ ਕੀਤਾ, ਬਹੁਤ ਸਾਰੇ ਪੱਧਰਾਂ ਤੇ ਜੀ। ਉਹਦੇ ਨਾਲ ਪੰਜਾਬ ਦੀ ਸੁਸਾਇਟੀ ਦੇ ਵਿੱਚ ਪੋਲੀਟੀਕਲ, ਕਲਚਰਲ,
ਸੋਸ਼ਲ ਤੇ ਈਵਨ ਸਾਈਕੋਲੋਜੀਕਲ ਟਰਾਂਸਫਰਮੇਸ਼ਨਸ ਆਈਆਂ ਲੌਂਗ ਟਰਮ, ਜੀ ਜੀ ਬਿਲਕੁਲ ਬਿਲਕੁਲ, ਜਿਨ੍ਹਾਂ ਦੇ ਕੌਨਸੀਕੁਐਂਸਸ ਅਸੀਂ ਹਜੇ ਵੀ ਭੁਗਤ ਰਹੇ ਹਾਂ। ਕਿਆ ਬਾਤ। ਸੋ ਇਹ ਸਾਰਾ ਤੁਸੀਂ ਆਪਣੀ ਥੀਸਿਸ ਦੇ ਵਿੱਚ ਡਿਸਕਸ ਕਰ ਰਹੇ ਹੋ, ਔਰ ਮੇਰੇ ਵਾਸਤੇ ਬੜਾ ਆਸਾਨ ਹੋ ਗਿਆ ਕਿਉਂਕਿ ਜਿਸ ਵਿਦਵਤਾ ਦੀ ਤੁਸੀਂ ਸਟੱਡੀ ਕਰ ਰਹੇ ਹੋ ਉਸ ਮੁਤਾਬਕ ਫਿਰ ਜੇ ਮੈਂ ਕੁਐਸਚਨ ਅੱਜ ਕਰਾਂਗਾ ਨਾ ਅਜੋਕੀ ਸਥਿਤੀ ਨੂੰ ਲੈ ਕੇ, ਤਾਂ ਮੇਰੇ ਵਾਸਤੇ ਅੱਜ ਤੁਸੀਂ ਇੱਕ ਕਾਫੀ ਆਸਾਨ ਕਰ ਦਿੱਤਾ ਆਪਣੀ ਉਸ ਵਿਦਵਤਾ ਦੇ ਨਾਲ। ਮੈਂ ਚਾਹਾਂਗਾ ਕਿ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਇਸ ਦੇ ਵਿੱਚ ਸਾਡੇ ਵਿਊਅਰਸ ਵੀ ਜਿਸ ਵਕਤ ਸ਼ਾਮਲ ਹੋਣ, ਔਰ ਜਿਹੜੇ ਸਾਡੇ ਦਰਸ਼ਕ ਇਸ ਵਕਤ ਦੇਖ ਰਹੇ ਨੇ ਉਹ ਵੀ ਕੁਛ ਨਾ ਕੁਛ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਫਾਇਦਾ ਲੈਣ। ਸਭ ਤੋਂ ਪਹਿਲਾਂ ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ। ਖਾਲਸਾ ਰਾਜ ਜਦੋਂ ਖਤਮ ਹੋਇਆ, ਜਿਸ ਵਕਤ ਤੁਸੀਂ ਆਪੇ ਜ਼ਿਕਰ ਕਰ ਦਿੱਤਾ 1839 ਦੇ ਵਿੱਚ, ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਡੈਥ ਤੋਂ ਬਾਅਦ ਜੋ ਸਾਡੀ ਖਾਨਾ ਜੰਗੀ ਹੋਈ ਹੈ, ਇਹ ਖਾਨਾ ਜੰਗੀ ਨੂੰ ਮੈਂ ਮੁੱਖ ਰੱਖ ਕੇ ਗੱਲ ਇਸ ਕਰਕੇ ਕਰਨਾ ਚਾਹਾਂਗਾ ਕਿਉਂਕਿ ਖਾਨਾ ਜੰਗੀ ਅੱਜ ਵੀ ਜਾਰੀ ਹੈ ਜੇ ਦੇਖਿਆ ਜਾਏ ਤਾਂ। ਉਸ ਵਕਤ ਸਾਡੇ ਕੋਲ ਰਾਜ ਸੀ ਤੇ ਰਾਜ ਦੇ ਹੁੰਦਿਆਂ ਖਾਨਾ ਜੰਗੀ ਸੀ, ਅੱਜ ਸਾਡੇ ਕੋਲ ਰਾਜ ਨਹੀਂ ਹੈ, ਫਿਰ ਵੀ ਖਾਨਾ ਜੰਗੀ ਉਸੇ ਪੈਮਾਨੇ ਉੱਪਰ ਕਿਤੇ ਜਾਤ ਪਾਤ ਦਾ ਵਿਖੇੜਾ ਪਾ ਦਿੱਤਾ ਗਿਆ, ਕਿਤੇ ਗ੍ਰੰਥ ਸਾਹਿਬਾਨਾਂ ਦਾ ਵਿਖੇੜਾ ਪਾ ਦਿੱਤਾ ਗਿਆ, ਕਿਤੇ ਬਾਣੀਆਂ ਦਾ ਵਿਖੇੜਾ ਪਾ ਦਿੱਤਾ ਗਿਆ, ਕਿਤੇ ਕਕਾਰਾਂ ਦਾ ਵਿਖੇੜਾ ਪਾ ਦਿੱਤਾ ਗਿਆ। ਔਰ ਹੋਰ ਤੋਂ ਹੋਰ ਇਸ ਵਕਤ ਅਸੀਂ ਇੰਨੇ ਸਿਆਣੇ ਹੋ ਗਏ ਹਾਂ ਕਿ ਅਸੀਂ ਅਰਦਾਸ ਵੀ ਬਦਲ ਦਿੱਤੀ, ਔਰ ਅੰਮ੍ਰਿਤ ਸੰਸਕਾਰ ਜਿਹੜੇ ਸਾਡੇ ਹੈ ਉਹਨਾਂ ਨੂੰ ਵੀ, ਔਰ ਪਤਾ ਨਹੀਂ ਕੀ ਇਸ ਵਕਤ ਕਰੀ ਜਾਂਦੇ ਹਾਂ। ਔਰ ਹੁੰਦਾ ਕੀ ਹੈ ਉਸ ਦੇ ਨਾਲ ਹਰ ਇੱਕ ਪਹਿਲੂ ਤੇ ਕੌਮ ਹਰ ਵਾਰੀ ਦੋ ਫਾੜ ਹੋਈ ਹੈ, ਭਾਵੇਂ ਤੁਸੀਂ ਠੀਕ ਹੋ ਭਾਵੇਂ ਮੈਂ ਠੀਕ ਹਾਂ, ਇਹ ਵੱਖਰੀ ਗੱਲ ਹੈ। ਪਰ ਜਿਹੜੀ ਗੱਲ ਮੈਂ ਕਰ ਦਿੱਤੀ ਨਾ, ਕੁਝ ਕੁ ਲੋਕ ਜ਼ਰੂਰ ਮੇਰੇ ਨਾਲ ਆ ਜਾਂਦੇ ਨੇ ਔਰ ਕੁਝ ਕੁ ਲੋਕ ਮੇਰੇ ਅਗੇਂਸਟ ਹੋ ਜਾਂਦੇ ਨੇ, ਔਰ ਦੋਨੋਂ ਇੱਕ ਕੌਮ ਦੇ ਵਿੱਚ ਤਕਰਾਰ ਦਾ ਕਾਰਨ ਬਣ ਜਾਂਦੇ ਨੇ। ਤੁਸੀਂ ਗੱਲ ਕੀਤੀ 1839 ਦੀ, ਉਸ ਤੋਂ ਬਾਅਦ ਜੇ ਮੈਂ ਆਜ਼ਾਦੀ ਤੋਂ ਬਾਅਦ ਦੀ ਗੱਲ ਕਰਾਂ, ਜਾਂ ਚਲੋ ਆਪਾਂ 84 ਤੋਂ ਬਾਅਦ, ਕਿਉਂਕਿ ਤੁਸੀਂ ਨੌਜਵਾਨ ਹੋ। 84 ਦੇ ਵਿੱਚ ਜਦੋਂ ਸਾਡੇ ਤੇ ਅਟੈਕ ਹੋਇਆ, ਘੱਟੋ ਘੱਟ ਉਸ ਵਕਤ ਕੌਮ ਇਕੱਠੀ ਹੋ ਗਈ ਸੀ, ਆਪਾਂ ਸਾਰੇ ਜਾਣਦੇ ਹਾਂ। ਉਸ ਵਕਤ ਇਕੱਠੀ ਹੋਈ ਕੌਮ ਇਕੱਠੀ ਰਹਿਣੀ ਚਾਹੀਦੀ ਸੀ ਔਰ ਏਕਤਾ ਦੇ ਵਿੱਚ ਬਲ ਸੀ, ਲੇਕਿਨ ਉਸ ਤੋਂ ਬਾਅਦ ਇੱਕਦਮ ਹੀ ਕੌਮ ਇਸ ਤਰੀਕੇ ਦੇ ਨਾਲ ਖੇਰੂ ਹੁੰਦੀ ਗਈ ਕਿ ਅੱਜ ਵੀ ਕੌਮ ਇੰਨੇ ਹੀ ਟੁਕੜਿਆਂ ਦੇ ਵਿੱਚ ਵੰਡ ਚੁੱਕੀ ਹੈ। ਮੈਂ ਤੇ ਪਿਛਲੀ ਵਾਰੀ ਇੱਕ ਸ਼ੇਰ ਵੀ ਕਿਹਾ ਸੀ ਕਿ ਟੁਕੜੇ ਕਰਕੇ ਇਤਨੇ ਹਿੱਸੇ ਕਰ ਦਿਏ ਮੇਰੇ ਕਿ ਮੇਰੇ ਆਪਣੇ ਹਿੱਸੇ ਵਿੱਚ ਵੀ ਕੋਈ ਹਿੱਸਾ ਨਹੀਂ ਬਚਾ। ਸਾਡੇ ਇੰਨੇ ਹਿੱਸੇ ਕਰ ਦਿੱਤੇ ਟੁਕੜੇ ਕਰਕੇ ਵੀ ਸਾਡੇ ਆਪਣੇ ਹਿੱਸੇ ਵਿੱਚ ਵੀ ਕੋਈ ਹਿੱਸਾ ਨਹੀਂ ਬਚਿਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ ਜੀ, ਜਿਹੜੀ ਕਿਸੇ ਪੰਥ ਦੇ ਵਿੱਚ ਵੰਡੀ ਪੈਣੀ ਹੈ ਜਿਹੜੀ, ਉਹ ਬਹੁਤ ਦੁਖਦਾਈ ਗੱਲ ਹੈ ਜੀ। ਸਿੱਖ ਰਾਜ ਖਤਮ ਹੋਣ ਪਿੱਛੇ ਵੀ ਇਸ ਗੱਲ ਦਾ ਰੋਲ ਸੀਗਾ, ਬਿਲਕੁਲ 100%। ਪਰ ਕਿਉਂਕਿ ਆਪਣਾ ਅੱਜ ਦਾ ਉਹ ਟੌਪਿਕ ਨਹੀਂ ਗਾ, ਇਸ ਕਰਕੇ ਮੇਰੇ ਖਿਆਲ ਦੇ ਵਿੱਚ ਆਪਾਂ ਉਹਦੀ ਡਿਟੇਲ ਦੇ ਵਿੱਚ ਨਹੀਂ ਜਾਂਦੇ। ਕੋਈ ਗੱਲ ਨਹੀਂ, ਠੀਕ ਹੈ, ਬਿਲਕੁਲ। 1984 ਤੋਂ ਪਹਿਲਾਂ 1978 ਤੋਂ 1984 ਤੱਕ ਦਾ ਜਿਹੜਾ ਸਮਾਂ ਜੀ, ਉਹ ਵੀ ਪੰਥਕ ਏਕਤਾ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਜੀ। ਭਾਵੇਂ ਅੰਦਰ ਖਾਤੇ ਥੋੜੀਆਂ ਬਹੁਤੀਆਂ ਟੈਨਸ਼ਨਸ ਵੀ ਸੀਗੀਆਂ, ਪਰ ਫਿਰ ਵੀ ਪੰਥ ਜਿਹੜਾ ਉਹ ਧਰਮ ਯੁੱਧ ਮੋਰਚੇ ਦੇ ਵਿੱਚ ਲਗਭਗ ਸਾਰੀਆਂ ਧਿਰਾਂ ਜਿਹੜੀਆਂ ਉਹ ਯੂਨਾਈਟਡ ਸੀ ਜੀ। ਉਹਦੇ ਪਿੱਛੇ ਜਿਹੜਾ ਕਾਰਨ, ਜਿਹੜੀ ਚੀਜ਼ ਨੇ ਪੰਥ ਨੂੰ ਯੂਨਾਈਟ ਕੀਤਾ, ਉਹ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ, ਸੋਚ। ਹਾਂਜੀ, ਉਹਨਾਂ ਦੀ ਸੋਚ, ਕਿਉਂਕਿ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਜਿਹੜਾ ਗੁਰਬਾਣੀ ਦਾ ਰਸ ਸਮਾਇਆ ਹੋਇਆ ਸੀ। ਇਸ ਕਰਕੇ ਉਹ ਸਹਿਜ ਸੁਭਾਅ ਹੀ ਜਿਵੇਂ ਵਿਚਰਦੇ ਸੀ, ਉਹਦੇ ਨਾਲ ਉਹ ਵਖਰੇਵੇਂ ਦੂਰ ਕਰਦੇ ਸੀ, ਨਵੇਂ ਵਖਰੇਵੇਂ ਪੈਦਾ ਨਹੀਂ ਸੀ ਕਰਦੇ। ਜਿਹੜੇ ਪਹਿਲਾਂ ਦੇ ਵਖਰੇਵੇਂ ਪਏ ਹੋਏ ਸੀ ਉਹ ਵੀ ਉਹਨਾਂ ਨੇ ਮਿਟਾਏ ਜਾਂ ਵਿੱਥ ਘਟਾਈ ਬਹੁਤ ਹੱਦ ਤੱਕ। 1984 ਤੋਂ ਬਾਅਦ ਪੰਥ ਕਾਫੀ ਲੰਮੇ ਸਮੇਂ ਤੱਕ ਪੰਥ ਨੇ ਏਕਤਾ ਦਾ ਵੀ ਸਬੂਤ ਦਿੱਤਾ, ਪਰ ਹੌਲੀ ਹੌਲੀ ਉਹ ਏਕਤਾ ਜਿਹੜੀ ਉਹ ਮੱਧਮ ਪੈਣ ਲੱਗ ਗਈ ਤੇ ਹੁਣ ਤੱਕ ਆ ਕੇ ਉਹ ਏਕਤਾ ਜਿਹੜੀ ਬਹੁਤ ਬੁਰੀ ਤਰ੍ਹਾਂ ਮੱਧਮ ਪੈਣ ਦਾ ਕਾਰਨ ਕੀ? ਤੁਸੀਂ ਕਿ ਹੌਲੀ ਮੱਧਮ ਪਈ ਹੈ, ਉਸ ਮੱਧਮ ਪਈ ਦਾ ਕਾਰਨ ਮੈਂ ਇਹੀ ਸਵਾਲ ਤੁਹਾਡੇ ਕੋਲ ਵੀ ਪੁੱਛਾਂਗਾ ਪ੍ਰਭ ਸ਼ਰਨਦੀਪ ਸਿੰਘ ਜੀ, ਤੁਹਾਡੇ ਕੋਲ ਵੀ ਮੈਂ ਚਾਹਾਂਗਾ ਜਦੋਂ ਪ੍ਰਭ ਸ਼ਰਨਬੀਰ ਸਿੰਘ ਜੀ ਆਪਣੀ ਗੱਲ ਸਮਾਪਤ ਕਰ ਚੁੱਕਣਗੇ, ਕਿਉਂਕਿ ਖਾਸ ਕਰਕੇ ਮਤਲਬ ਪਿਛਲੇ 300 ਸਾਲਾਂ ਤੋਂ ਕੋਈ ਐਸੀ ਉਹ ਗੱਲ ਨਹੀਂ ਹੋਈ ਜਿਹੜੀ ਇਸ ਵਕਤ ਅਜੋਕੇ ਸਮੇਂ ਦੇ ਵਿੱਚ ਇੱਕਦਮ ਹੋ ਰਹੀ ਹੈ। ਔਰ ਇੱਥੋਂ ਤੱਕ ਕਿ ਇਤਿਹਾਸ ਦੇ ਵਿਗਾੜਨ ਦੀਆਂ, ਚਲੋ ਹੁਣ ਠੀਕ ਹੈ, ਇਸ ਵਾਰੀ ਤਾਂ ਇੱਕ ਹੋਰ, ਮੈਂ ਇੱਥੇ ਕੋਈ ਕੰਟਰੋਵਰਸੀ ਦੀ ਗੱਲ ਨਹੀਂ ਕਰ ਰਿਹਾ, ਪਰ ਕਿਉਂਕਿ ਤੁਸੀਂ ਵਿਦਵਾਨ ਹੋ, ਪੁੱਛਣਾ ਮੇਰਾ ਕਰਮ ਹੈ। ਸਾਹਿਬ ਪਾਤਸ਼ਾਹ ਜੀ ਦਾ ਭਾਵੇਂ ਪਾਵਨ ਜਮਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 14 ਅਪ੍ਰੈਲ ਨੂੰ ਹੀ ਹੋਇਆ, 1469 ਨੂੰ। ਇਸ ਵਾਰੀ ਕਈ ਗੁਰਦੁਆਰਾ ਸਾਹਿਬਾਂ ਵਿੱਚ ਮਨਾਇਆ ਗਿਆ, ਜਦੋਂ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਨਵੰਬਰ ਦੇ ਵਿੱਚ ਮਨਾਉਂਦੇ ਆ ਰਹੇ ਹਾਂ। ਕੈਲੰਡਰ ਦੇ ਰੋਲੇ ਪਏ, ਇਹ ਸਭ ਕੁਝ ਬਾਣੀਆਂ ਦੇ ਰੋਲੇ ਪਏ, ਮਤਲਬ ਇਹ ਹੁਣੇ ਹੀ ਕਿਉਂ ਹੋ ਰਿਹਾ? ਮੇਰਾ ਇਹ ਮੈਂ ਕਈ ਵਿਦਵਾਨਾਂ ਨੂੰ ਇਸ ਦਾ ਪ੍ਰਸ਼ਨ ਪੁੱਛਿਆ ਕਿ ਇਸ ਦੌਰ ਦੇ ਵਿੱਚ ਜਦੋਂ ਆਪਾਂ ਦੇਖ ਰਹੇ ਹਾਂ ਕਰੀਬਨ 8-10 ਸਾਲ ਤੋਂ ਲਗਾਤਾਰ, ਔਰ ਹਰ ਰੋਜ਼ ਨਿਤ ਨਵਾਂ ਇੱਕ ਰੋਲਾ, ਮੈਂ ਹੁਣੇ ਕਿਉਂ ਰੋਲੇ ਪੈ ਰਹੇ ਨੇ, ਇਹਦਾ ਕੀ ਕਾਰਨ ਹੈ? ਜੇ ਤਾਂ ਇਹ ਸਪੈਸੀਫਿਕਲੀ ਇਹ ਸਵਾਲ ਦਾ ਇਹਦੀ ਬੈਕਗ੍ਰਾਉਂਡ 'ਚ ਜਾਏ ਬਿਨਾਂ ਜਵਾਬ ਦੇਣਾ ਹੋਵੇ ਜੀ, ਫਿਰ ਤਾਂ ਮੈਂ ਇਹ ਕਹੂੰਗਾ ਕਿ ਅੱਜ ਰੌਲੇ ਪੈਣ ਦਾ ਵੱਡਾ ਕਾਰਨ ਹੈ ਕਿ ਇੱਕ ਨਵੀਂ ਚੀਜ਼ ਉੱਭਰੀ, ਇੱਕ ਨਵੀਂ ਸੋਸ਼ਲ ਫੋਰਸ ਹੈ ਜਿਹੜੀ ਸਾਡੇ ਸਾਹਮਣੇ ਆਈ। ਉਹ ਕਿਹੜੀ? ਉਹ ਹੈ ਜੀ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਨੇ ਕੀ ਕੀਤਾ ਕਿ ਜਿਹੜੀ
ਇੱਕ ਪਬਲਿਕ ਐਕਸਪ੍ਰੈਸ਼ਨ ਹੈ ਉਹਨੂੰ ਕੰਪਲੀਟਲੀ ਡੀਸੈਂਟਰਲਾਈਜ਼ ਕਰਤਾ, ਉਹਦੀ ਕੋਈ ਉਹਨੂੰ ਡੀਮੀਡੀਏਟਾਈਜ਼ ਕਰਤਾ। ਹਰ ਬੰਦਾ ਜਿਹੜਾ ਉਹਦੇ ਕੋਲ ਇੱਕ ਸਕਰੀਨ ਹੈ, ਠੀਕ ਹੈ, ਤੇ ਉਹ ਸਕਰੀਨ ਦੇ ਥਰੂ ਉਹ ਕੁਝ ਵੀ ਕਹਿ ਸਕਦਾ, ਘਰ ਬੈਠਾ ਹੀ ਨਾ, ਉਹਦੀ ਕੋਈ ਮੀਡੀਏਸ਼ਨ ਨਹੀਂ। ਬਿਲਕੁਲ, ਹਾਂਜੀ। ਜਿਹੜਾ ਟ੍ਰੈਡੀਸ਼ਨਲ ਮੀਡੀਆ ਸੀ ਜੀ, ਜਿਵੇਂ ਟੀਵੀ ਹੈ ਜਾਂ ਅਖਬਾਰ ਹੈ, ਉਹਦੇ ਐਡੀਟਰ ਹੁੰਦੇ ਆ, ਉਹ ਐਡੀਟਰ ਹੈ ਜਿਹੜੇ ਉਹ ਡਿਸਾਈਡ ਕਰਦੇ ਆ ਵੀ ਕਿਹੜੀ ਚੀਜ਼ ਸਾਡੇ ਟੀਵੀ ਤੇ ਚੱਲਣਯੋਗ ਹੈ, ਕਿਹੜੀ ਚੀਜ਼ ਸਾਡੇ ਅਖਬਾਰ ਦੇ ਵਿੱਚ ਛਪਣਯੋਗ ਹੈ, ਕਿਹੜੀ ਨਹੀਂ ਛਪਣਯੋਗ। ਬਿਲਕੁਲ ਠੀਕ ਹੈ, ਹਾਂਜੀ। ਸੋਸ਼ਲ ਮੀਡੀਆ ਦੇ ਵਿੱਚ ਇਹੋ ਜਿਹੀ ਕੋਈ ਮੀਡੀਏਸ਼ਨ ਨਹੀਂ। ਇਹੋ ਜਿਹੀ ਮੀਡੀਏਸ਼ਨ ਨਾ ਹੋਣ ਕਰਕੇ ਜਿਹੜੇ ਲੋਕ ਆ, ਕੋਈ ਵੀ ਆਦਮੀ ਆ ਜਿਹੜਾ ਦੁਨੀਆ 'ਚ ਬੈਠਾ, ਉਹਨੂੰ ਇਹ ਢੰਗ ਮਿਲ ਗਿਆ ਕਿ ਉਹ ਆਪਣੀ ਗੱਲ ਹੈ ਜਿਹੜੀ ਉਹ ਸਾਹਮਣੇ ਦੁਨੀਆ ਦੇ ਰੱਖ ਸਕੇ। ਉਹਦੇ ਨਾਲ ਫਿਰ ਜਿੰਨੇ ਦੁਨੀਆ ਤੇ ਲੋਕ ਆ, ਜਿੰਨੇ ਸੋਸ਼ਲ ਮੀਡੀਆ ਅਕਾਊਂਟ ਨੇ, ਉਨੇ ਤਰ੍ਹਾਂ ਦਾ ਜਿਹੜਾ ਵਿਊ ਪੁਆਇੰਟ ਆ ਜਿਹੜੇ ਉਹ ਡੇਲੀ ਐਕਸਪ੍ਰੈਸ ਹੋ ਰਹੇ ਆ। ਤੇ ਜਿਹੜੀਆਂ ਇਹ ਵੰਡੀਆਂ ਪਈਆਂ, ਇਹਦੇ ਪਿੱਛੇ ਵੀ ਜਦੋਂ ਦਾ ਸੋਸ਼ਲ ਮੀਡੀਆ ਆਇਆ ਉਦੋਂ ਦਾ ਹੀ ਇਹ ਕੰਮ ਵਧਿਆ। ਮਿਸਯੂਜ਼ ਹੋਇਆ ਜਾਂ ਠੀਕ ਯੂਜ਼ ਹੋਇਆ, ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਦੇ ਵਿੱਚ ਜਿਹੜੇ ਪਖੇੜਿਆਂ ਦੀ ਤੁਸੀਂ ਗੱਲ ਕੀਤੀ ਹੈ ਜੀ, ਇਹ ਕਲੀਅਰਲੀ ਮਿਸਯੂਜ਼ ਹੋਇਆ। ਜਦ ਕਿ ਇਸ ਮਾਧਿਅਮ ਦੇ ਰਾਹੀਂ ਅਸੀਂ ਬਹੁਤ ਵਧੀਆ ਪ੍ਰਚਾਰ ਵੀ ਕਰ ਸਕਦੇ ਸੀ ਆਪਣੀ ਸਿੱਖੀ ਦਾ। ਵਧੀਆ ਪ੍ਰਚਾਰ ਵੀ ਹੋਇਆ ਪੋਲੀਟੀਕਲੀ, ਜੇ ਆਪਾਂ ਦੇਖੀਏ ਸਿੱਖ ਸੋਵਰਨਟੀ ਦੀ ਗੱਲ ਹੈ ਪੋਲੀਟੀਕਲੀ, ਠੀਕ ਹੈ, ਉਹ ਪਿਛਲੇ ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਉਹਦੇ 'ਚ ਉਭਾਰ ਆਇਆ ਜੀ, ਠੀਕ ਹੈ। ਜਿੰਨੇ ਅੱਜ ਲੋਕ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰ ਰਹੇ ਆ, ਸਿੱਖ 10 ਸਾਲ ਪਹਿਲਾਂ ਇਹਨੇ ਨਹੀਂ ਸੀ ਕਰ ਰਹੇ, ਕਿਉਂਕਿ ਸਰਕਾਰ ਦਾ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਇਨਫੋਰਮੇਸ਼ਨ ਫੈਲਣ ਦੇ ਉੱਤੇ ਬਹੁਤ ਕੰਟਰੋਲ ਸੀਗਾ। ਅਖਬਾਰਾਂ ਉੱਥੋਂ ਦੀਆਂ, ਟੀਵੀ ਚੈਨਲ ਉੱਥੋਂ ਦੇ, ਉਹ ਲੋਕਾਂ ਤੱਕ ਸੱਚ ਨਹੀਂ ਸੀ ਪਹੁੰਚਾਉਂਦੇ ਕਿਉਂਕਿ ਉਹ ਸਰਕਾਰ ਦੇ ਪ੍ਰੈਸ਼ਰ ਦੇ ਅੰਡਰ ਸੀ। ਸੋਸ਼ਲ ਮੀਡੀਆ ਨੇ ਇੱਕ ਇਹ ਐਵੇਨਿਊ ਦਿੱਤਾ ਜੀ ਕਿ ਕੋਈ ਵੀ ਬੰਦਾ ਜਿਹੜਾ ਉਹ ਆਪਣੀ ਗੱਲ ਰੱਖ ਸਕਦਾ, ਸੋ ਉਹਦਾ ਇਹ ਪੋਜ਼ਿਟਿਵ ਪੱਖ ਵੀ ਹੈ। ਗੱਲ ਰੱਖ ਸਕਦਾ, ਪਰ ਹੁਣ ਅੰਦਰ ਬੈਠਾ ਬੰਦਾ ਅਗਰ ਉਹ ਮਿਸਗਾਈਡਡ ਹੈ ਜਾਂ ਉਹ ਕਿਸੇ ਆਪ ਹੱਥਾਂ 'ਚ ਖੇਡ ਰਿਹਾ ਕਿਸੇ ਸਿੱਖ ਵਿਰੋਧੀ ਸ਼ਕਤੀਆਂ ਦੇ, ਦੂਸਰਾ ਇਹ ਹੈ ਕਿ ਉਹ ਆਪਣੇ ਨਾਮ ਦੇ ਨਾਲ ਨਹੀਂ ਬਲਕਿ ਕਿਸੇ ਗਲਤ ਨਾਮ ਦੇ ਨਾਲ ਜਿੱਥੇ ਮਰਜ਼ੀ ਬੈਠ ਕੇ ਜਿਹੜੀ ਮਰਜ਼ੀ ਆਇਡੈਂਟੀਟੀ ਬਣਾ ਲਵੇ। ਇੱਕ ਗੁੰਮਰਾਹਕੁਨ ਪ੍ਰਚਾਰ ਵੀ ਇਸ ਵਕਤ ਨਾਲੋਂ ਹੀ ਨਾਲ ਹੋ ਰਿਹਾ ਔਰ ਇਸ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ ਕਿ ਜਿਹੜਾ ਇਹ ਹੈਗਾ, ਇਹਦੀ ਰਫ਼ਤਾਰ ਬੜੀ ਤੇਜ਼ ਹੈ। ਪਹਿਲਾ ਜਿਹੜਾ ਸੀਗਾ ਇੰਨੀ ਰਫ਼ਤਾਰ ਦੇ ਨਾਲ ਉਹ ਕੋਈ ਵੀ ਮਸਲਾ, ਕੋਈ ਵੀ ਗੱਲ ਨਹੀਂ ਸੀ ਫੈਲਦੀ। ਪ੍ਰਭ ਸ਼ਰਨਦੀਪ ਸਿੰਘ ਸਾਹਿਬ ਜੀ, ਪ੍ਰਭ ਸ਼ਰਨਬੀਰ ਹੋਣਾ ਨੇ ਆਜ਼ਾਦੀ ਦੀ ਵੀ ਗੱਲ ਨਾਲ ਹੀ ਕਰ ਦਿੱਤੀ ਹੈ। ਜਿਹੜੇ ਹਾਲਾਤ ਅਸੀਂ ਦੇਖ ਰਹੇ ਹਾਂ ਮੱਦੇਨਜ਼ਰ ਔਰ ਜਿਹੜੇ ਹਾਲਾਤ ਪੈਦਾ ਹੋਏ, ਕਿਉਂਕਿ ਪ੍ਰਭ ਸ਼ਰਨਬੀਰ ਸਿੰਘ PhD ਕਰ ਰਹੇ ਨੇ, 1839 ਦੀ ਉਹਨਾਂ ਨੇ ਗੱਲ ਕੀਤੀ ਜਦੋਂ ਅਸੀਂ ਗੁਲਾਮ ਹੋਏ। ਗੁਲਾਮ ਹੋਣ ਦਾ ਕਾਰਨ ਉਹਨਾਂ ਨੇ ਖੁਦ ਦੱਸਿਆ ਕਿ ਸਾਡੀ ਆਪਸੀ ਖਾਨਾ ਜੰਗੀ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਔਰ ਇਸ ਵਕਤ ਕੌਮ ਜਿਸ ਮੁਕਾਮ ਉੱਪਰ ਖੜੀ ਹੈ, ਇਸ ਦੇ ਮੱਦੇਨਜ਼ਰ ਕੀ ਖਾਲਸਾ ਰਾਜ ਇਸ ਵਕਤ ਸਾਨੂੰ ਮਿਲੇਗਾ ਤੇ ਉਹ ਸਹੀ ਹੋਏਗਾ ਤੇ ਕਿਸ ਹਿਸਾਬ ਨਾਲ ਸਹੀ ਹੋਏਗਾ, ਨਹੀਂ ਹੋਏਗਾ ਤੇ ਕਿਸ ਹਿਸਾਬ ਨਾਲ ਸਹੀ ਨਹੀਂ ਹੋਏਗਾ? ਹਾਂਜੀ, ਖਾਲਸਾ ਰਾਜ ਮਿਲੂਗਾ ਕਿਉਂਕਿ 1947 ਤੋਂ ਲੈ ਕੇ ਜਿਹੜਾ ਅੱਜ ਤੱਕ ਦਾ ਇਤਿਹਾਸ ਹੈ ਜੀ, ਉਹ ਇਸ ਗੱਲ ਦਾ ਗਵਾਹ ਹੈ ਕਿ ਇੰਡੀਆ ਦੀ ਜਿਹੜੀ ਰਾਜ ਕਰਨ ਵਾਲੀ ਹਿੰਦੂ ਮੈਜੋਰਿਟੀ ਹੈ, ਉਹਨਾਂ ਕੋਲੇ ਜਿਹੜੀ ਡਿਸਟਰਕਟਿਵ ਪਾਵਰ ਹੈ, ਲੋਕਾਂ ਨੂੰ ਮਾਰਨ ਦੀ, ਨਸਲਕੁਸ਼ੀ ਕਰਨ ਦੀ, ਉਹਨਾਂ ਨੂੰ ਬੇਪਤ ਕਰਨ ਦੀ, ਉਹਨਾਂ ਦੇ ਸਭ ਤੋਂ ਸੈਂਸਿਟਿਵ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਜੀ, ਉਹ ਸਮਰੱਥਾ ਦਾ ਬਹੁਤ ਜ਼ਿਆਦਾ ਹੈ। ਪਰ ਜਿਹੜਾ ਮੁਲਕ ਨੂੰ ਉਸਾਰਨਾ ਉਹਦੇ 'ਚ ਉਹ ਇੰਨੀ ਬੁਰੀ ਤਰ੍ਹਾਂ ਫਲॉप ਹੋਏ। ਅਸੀਂ ਫਲॉप ਹੋਏ ਉਹਦੇ ਵਿੱਚ? ਹਿੰਦੁਸਤਾਨ ਦੇ ਜਿਹੜੀ ਰੂਲਿੰਗ ਮੈਜੋਰਿਟੀ ਹੈ ਉਹ ਫਲॉप ਹੋਏ, ਉਹ ਇੰਨੇ ਜ਼ਿਆਦਾ ਫਲॉप ਹੋਏ ਕਿ 1991 'ਚ ਉਹਨਾਂ ਨੂੰ ਜਿਹੜੀ ਆਪਣੀ ਇਕਨੋਮੀ ਆ ਉਹਦਾ ਕੰਟਰੋਲ ਦੁਬਾਰਾ ਗੋਰਿਆਂ ਨੂੰ ਦੇਣਾ ਪਿਆ ਜੀ, ਇੱਕ ਸੰਧੀ ਕਰਕੇ ਜੀ। ਹੁਣ ਜਿਹੜੀ ਉਹ ਇਕਨੋਮੀ ਹੈ, ਜਿਵੇਂ ਹੁਣ ਕੰਟਰੋਲ ਕਿਸ ਲੈਵਲ ਦਾ ਹੈ ਕਿ BJP ਨਰਿੰਦਰ ਮੋਦੀ ਨੂੰ ਆਪਣਾ ਉਮੀਦਵਾਰ ਚੁਣਦੀ ਹੈ। ਨਰਿੰਦਰ ਮੋਦੀ ਇੱਕ ਸਭ ਤੋਂ ਮਹਿੰਗੀ ਕੰਪੇਨ ਚਲਾਉਂਦਾ। ਉਹ ਕੰਪੇਨ ਦੇ ਪਿੱਛੇ ਜਿਹੜੀਆਂ ਖਬਰਾਂ ਆਈਆਂ ਕਿ ਫੰਡਿੰਗ ਕਰਨ ਵਾਲੀਆਂ ਏਜੰਸੀਆਂ ਸੀ ਜਿਹੜੇ ਮਿਲਟਰੀ ਦੇ ਵੈਪਨ ਸਿਸਟਮਸ ਦੇ ਡੀਲਰ ਹੈ। ਅੱਛਾ, ਪਹਿਲਾਂ ਉਹ ਡੀਲਰਸ ਨੇ ਕੰਪੇਨ ਫੰਡ ਕੀਤੀ। ਹੁਣ ਅਸੀਂ ਖਬਰਾਂ ਪੜ੍ਹਦੇ ਹਾਂ ਕਿ ਉਹ ਨਵੇਂ ਜਿਹੜੇ ਆ ਲੜਾਕੂ ਜਹਾਜ਼ ਤੇ ਹੋਰ ਜੰਗੀ ਸਮਾਨ ਖਰੀਦ ਰਹੇ ਆ। ਜਿਹੜੇ ਮੁਲਕ 'ਚ ਲੋਕਾਂ ਕੋਲੇ ਪੀਣ ਦਾ ਪਾਣੀ ਨਹੀਂ ਤੇ ਬੁਨਿਆਦੀ ਇਨਫਰਾਸਟ੍ਰਕਚਰ ਮੈਜੋਰਿਟੀ ਲੋਕਾਂ ਕੋਲੇ ਹੈ ਨਹੀਂ, ਉੱਥੇ ਜੰਗੀ ਸਮਾਨ ਜਿਹੜਾ ਉਹਦੇ ਤੇ ਪੈਸਾ ਖਰਚਿਆ ਜਾ ਰਿਹਾ। ਕਹਿਣ ਤੋਂ ਭਾਵ ਕੀ ਹੈ
ਕਿ 91 ਦੀ ਗੈਟ ਟ੍ਰੀਟੀ ਤੇ ਸਾਈਨ ਕਰਨ ਤੋਂ ਬਾਅਦ, ਗਲੋਬਲਾਈਜੇਸ਼ਨ ਤੋਂ ਬਾਅਦ ਹਿੰਦੂਆਂ ਕੋਲੇ ਉਹਨਾਂ ਕੰਟਰੋਲ ਆਪਣੇ ਮੁਲਕ ਦੀ ਇਕਨੋਮੀ ਦਾ ਨਹੀਂ ਰਿਹਾ। ਇੱਕ ਗੱਲ। ਦੂਜਾ ਪੱਖ, ਜਿੰਨਾ ਉਹਨਾਂ ਦੇ ਸਿਰ ਨੂੰ ਇਹ ਰਾਜ ਦਾ ਹੰਕਾਰ ਚੜਿਆ ਤੇ ਜਿਸ ਤਰੀਕੇ ਨਾਲ ਜਿੰਨੇ ਐਗਰੈਸਿਵ ਹੋ ਕੇ ਕਦੇ ਲਵ ਜਹਾਦ ਦੇ ਨਾਂ ਤੇ ਮੁਸਲਮਾਨਾਂ ਨੂੰ ਇੰਟੀਮੀਡੇਟ ਕਰਨ ਦੇ ਵਿੱਚ, ਕਦੇ ਗਊ ਰੱਖਿਆ ਦੇ ਨਾਂ ਤੇ ਖਾਮਖਾ ਲੋਕਾਂ ਨੂੰ ਪਰੇਸ਼ਾਨ ਕਰਨਾ, ਕਦੇ ਨਿੱਕੀਆਂ ਨਿੱਕੀਆਂ ਬੱਚੀਆਂ ਨਾਲ ਕੁਕਰਮ ਕਮਾ ਕੇ ਉਹਨਾਂ ਨੂੰ ਕੋਹ ਕੇ ਮਾਰਨਾ, ਇਹਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਉਹਨਾਂ ਦੇ ਕੋਲੇ ਕੋਈ ਦੂਰਅੰਦੇਸ਼ੀ ਵਾਲੀ ਸੋਚ ਹੈ ਨਹੀਂ। ਪਰ ਸ਼ਰਨਦੀਪ ਸਿੰਘ, ਜਿਹੜੀ ਮੈਂ ਤੁਹਾਡੀ ਗੱਲ ਦੇ ਵਿੱਚੋਂ ਜਿਹੜੀ ਸਵੈਲ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ, ਇਹ ਕਰ ਰਿਹਾ, ਮੈਨੂੰ ਤੁਸੀਂ ਕਰੈਕਟ ਕਰਿਓ, ਕਿ ਉਹਨਾਂ ਦੀਆਂ ਕਰਤੂਤਾਂ ਕਰਕੇ ਸਾਡਾ ਰਾਜ ਬਣੇਗਾ, ਸਾਡੇ ਆਪਣੇ ਵਸ ਦੇ ਵਿੱਚ ਹੈ ਨਹੀਂ ਰਾਜ ਬਣਾਉਣਾ। ਹੋਣਾ ਜਿਹੜਾ ਇੰਡੀਆ ਡਿਸਇੰਟੈਗਰੇਟ ਹੋਣ ਵੱਲ ਵੱਧ ਰਿਹਾ ਹੈ, ਇੱਕ ਮਤਲਬ ਉਹ ਆਪਣੀਆਂ ਜਿਸ ਤਰ੍ਹਾਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਪੁਆਇੰਟ ਜਿਹੜਾ ਮੈਂ ਤੁਹਾਡੀ ਗੱਲ ਹਿੰਦੂ ਰਾਸ਼ਟਰ ਬਣਾ ਦੇਾਂਗੇ, ਮਤਲਬ ਹੁਣ ਉਹਨਾਂ ਨੇ ਇਹ ਦੇਖ ਲਿਆ ਕਿ ਸਾਨੂੰ ਹਿੰਦੂ ਵੋਟਾਂ ਜਿਹੜੀਆਂ ਨੇ ਨਾ, ਮੈਂ ਤੁਹਾਡਾ ਪੁਆਇੰਟ ਵੀ ਸਮਝ ਰਿਹਾ। ਇੰਡੀਆ ਡਿਸਇੰਟੈਗਰੇਟ ਹੋਣ ਵੱਲ ਵੱਧ ਰਿਹਾ, ਪਰ ਅਨਫੋਰਚੂਨੇਟਲੀ ਜੀ ਸਿੱਖਾਂ ਨੂੰ ਰਾਜ ਲੈਣ ਲਈ ਜਿੰਨੇ ਤਿਆਰ ਹੋਣਾ ਚਾਹੀਦਾ ਅਸੀਂ ਉਹਨੇ ਤਿਆਰ ਨਹੀਂ। ਤਿਆਰ ਤਾਂ ਤੁਸੀਂ ਹੋ ਹੀ ਨਹੀਂ ਸਕਦੇ, ਤੁਸੀਂ ਤਾਂ ਵੰਡੇ ਹੋਏ ਜੇ, ਤੁਸੀਂ ਤਾਂ ਲੜ ਰਹੇ ਜੇ। ਤੁਹਾਡੇ ਤੇ ਇਸ ਵਕਤ ਇੰਨੀ ਜ਼ਬਰਦਸਤ, ਦੇਖੋ ਤੁਹਾਡੇ ਪ੍ਰਚਾਰਕਾਂ ਨੂੰ ਅਗਲਿਆਂ ਨੇ ਪ੍ਰਚਾਰਕਾਂ ਨਾਲ ਲੜਾ ਦਿੱਤਾ, ਇਸ ਵਕਤ ਪ੍ਰਚਾਰਕ ਨਾਲ ਲੜਾਈ ਹੈ। ਮੈਂ ਉਨੀ ਦੇਰ ਤੱਕ ਕਿਸੇ ਸਟੇਜ ਦੇ ਉੱਤੇ ਨਹੀਂ ਜਾ ਸਕਦਾ ਜਿੰਨੀ ਦੇਰ ਤੱਕ ਮੇਰੀ ਆਪਣੀ ਜਥੇਬੰਦੀ ਦਾ ਉਸ ਗੁਰਦੁਆਰੇ 'ਚ ਕਬਜ਼ਾ ਨਹੀਂ ਹੋਏਗਾ। ਜੇ ਜਥੇਬੰਦੀ ਦਾ ਕਬਜ਼ਾ ਹੈ ਔਰ ਉਸ ਜਥੇ ਨਾਲ ਮੈਂ ਸੰਬੰਧਿਤ ਹਾਂ ਤਾਂ ਮੈਨੂੰ ਗੁਰਦੁਆਰੇ ਤੇ ਉਸ ਸਟੇਜ ਦੇ ਉੱਤੇ ਬੁਲਾਣਗੇ, ਅਦਰਵਾਈਜ਼ ਮੈਨੂੰ ਮੁਜ਼ਾਹਰਾ ਕੀਤਾ ਜਾਏਗਾ, ਬੁਲਾਇਆ ਨਹੀਂ ਜਾਏਗਾ। ਮਤਲਬ ਇਹ ਇੰਨੀ ਭੈੜੀ ਔਰ ਮਾੜੀ ਸਥਿਤੀ ਇਸ ਵਕਤ ਕਰ ਦਿੱਤੀ ਗਈ ਹੈ ਨਾ। ਹੁਣ ਟਕਸਾਲੀ ਸਿਰਫ ਟਕਸਾਲੀਆਂ ਦੇ ਗੁਰਦੁਆਰੇ ਜਿੱਥੇ ਉਹਨਾਂ ਦੇ ਕਬਜ਼ੇ ਨੇ, ਜਾਂ ਮਿਸ਼ਨਰੀ ਸਿਰਫ ਉਹਨਾਂ ਗੁਰਦੁਆਰਿਆਂ ਦੇ ਵਿੱਚ, ਜਾਂ ਸੰਪਰਦਾਇ ਜਾਂ ਵਾਟ ਐਵਰ ਜੋ ਕਹਿ ਲਓ, ਇੰਨਾ ਕੁ ਯਾਨੀ ਕਿ ਇਸ ਵਕਤ ਦੁਫਾੜ ਪੈ ਚੁੱਕਾ ਹੈ। ਇਹਦਾ ਕੀ ਮਤਲਬ ਤੁਸੀਂ ਸੋਚਦੇ ਹੋ ਨੀਅਰ ਫਿਊਚਰ? ਮੈਨੂੰ ਤਾਂ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਹੱਲ ਤਾਂ ਜਿਹੜੀ ਹੱਲ ਕਰਨ ਤੋਂ ਪਹਿਲਾਂ ਇਹਦਾ ਕਾਰਨ ਸਮਝਣਾ ਚਾਹੀਦਾ ਜੀ। ਬਿਲਕੁਲ। ਕਾਰਨ ਇਹ ਹੁੰਦਾ ਹੈ ਕਿ ਜਿਵੇਂ 18ਵੀਂ ਸਦੀ 'ਚ ਗੁਰਦੁਆਰਿਆਂ ਦਾ ਕੰਟਰੋਲ ਸਿੱਖਾਂ ਕੋਲੇ ਨਹੀਂ ਸੀ, ਨਿਰਮਲਿਆਂ ਤੇ ਉਦਾਸੀਆਂ ਤੇ ਮੁਗਲਾਂ ਦਾ ਜ਼ੁਲਮ ਉਸ ਤਰ੍ਹਾਂ ਦਾ ਨਹੀਂ ਸੀ। ਠੀਕ ਹੈ। ਸੋ ਉਹਨਾਂ ਕੋਲੇ ਗੁਰਦੁਆਰਿਆਂ ਦਾ ਕੰਟਰੋਲ ਆਇਆ, ਉਹਨਾਂ ਨੇ ਸਿੱਖਾਂ ਵਿੱਚ ਬ੍ਰਾਹਮਣਵਾਦ ਲਿਆਂਦਾ ਜਿਹੜਾ ਕਿ ਗਲਤ ਸੀ। ਠੀਕ ਹੈ। ਉਹਨਾਂ ਦੇ ਵਿੱਚੋਂ ਮਹੰਤ ਪੈਦਾ ਹੋਏ ਜਿਹੜੇ ਕਿ ਸਿੱਖੀ ਦੇ ਰਾਹ ਤੇ ਨਹੀਂ ਚੱਲਦੇ ਸੀ। ਸਿੱਖਾਂ ਨੂੰ ਗੁਰਦੁਆਰਾ ਸੁਧਾਰ ਲਹਿਰ 'ਚ ਕੁਰਬਾਨੀਆਂ ਕਰਕੇ ਮਹੰਤ ਕੱਢਣੇ ਪਏ, ਸ਼੍ਰੋਮਣੀ ਕਮੇਟੀ ਬਣੀ। ਹੁਣ ਸ਼੍ਰੋਮਣੀ ਕਮੇਟੀ ਜਿਹੜੀਆਂ ਪਰੰਪਰਾਵਾਂ ਆ ਉਹਨਾਂ ਨੂੰ ਕਾਫੀ ਹੱਦ ਤੱਕ ਉਹਨਾਂ ਦੀ ਠੀਕ ਪੈਰਵਾਈ ਕਰ ਰਹੀ ਸੀ ਤੇ ਉਸ ਵਕਤ ਕਰ ਰਹੀ ਸੀ। ਹੁਣ ਜਿਹੜੇ ਨਵੇਂ ਮਿਸ਼ਨਰੀ ਆਏ ਆ ਉਹ ਕੀ ਹੈ ਕਿ 84 ਤੋਂ ਬਾਅਦ ਜਦੋਂ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਲੈ ਕੇ ਗਏ ਆ ਸਾਡੀ, ਤੋਂ ਬਾਅਦ ਉਹਨਾਂ ਨੇ ਕੀਤੀ ਨਹੀਂ, ਉਹਨਾਂ ਨੇ ਅੱਗ ਦਾ ਰੌਲਾ ਪਾ ਕੇ ਉਹ ਲੈ ਕੇ ਗਏ, ਉਹਨਾਂ ਨੇ ਸਾਨੂੰ ਸਟੱਡੀ ਕੀਤਾ। ਸਟੱਡੀ ਕਰਨ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਵੀ ਜਿਹੜੇ ਮਾੜੇ ਮੋਟੇ ਨਿਗੂਣੇ ਅੰਤਰ ਵਿਰੋਧ ਪੰਥ ਦੇ ਅੰਦਰ ਪਏ ਆ ਉਹਨਾਂ ਨੂੰ ਤੂਲ ਦੇ ਕੇ ਬਹੁਤ ਵੱਡੇ ਬਣਾਇਆ ਜਾਵੇ, ਤਾਂ ਕਿ ਜਿਹੜੀ ਸਿੱਖਾਂ ਦੀ એનર્ਜੀ ਆ ਉਹ ਅੰਦਰਲੇ ਵਿਰੋਧਾਂ ਨੂੰ ਹੱਲ ਕਰਨ ਦੇ ਵਿੱਚ ਹੀ ਲੱਗੀ ਰਹੇ। ਆਪਾਂ ਇਹ ਗੱਲ ਨੂੰ ਸਮਝ ਕਿਉਂ ਨਹੀਂ ਰਹੇ? ਬਿਲਕੁਲ ਠੀਕ ਪੁਆਇੰਟ ਤੁਸੀਂ ਦੱਸਿਆ, ਪਰ ਇਹਨੂੰ ਆਪਾਂ ਕਿਉਂ ਨਹੀਂ ਸਮਝ ਰਹੇ ਕਿ ਸਾਡੇ ਕੋਲ ਕਿਸੇ ਕਿਸਮ ਦੀ ਘਾਟ ਹੈ, ਮਤ ਦੀ ਘਾਟ ਹੈ। ਜਿਹੜੇ ਸਾਡੇ ਕੋਲ ਐਡੀ ਜ਼ਬਰਦਸਤ ਗੁਰਮਤ ਦੇ ਹੁੰਦਿਆਂ ਹੋਇਆਂ ਵੀ ਅਸੀਂ ਆਪਸ 'ਚ ਲੜ ਪਏ, ਤਾਂ ਫਿਰ ਮੈਨੂੰ ਕੋਈ ਗੱਲ ਨਹੀਂ। ਦੋਨੇ ਪੱਖ ਵੇਖਣੇ ਚਾਹੀਦੇ ਆ ਜੀ। ਇੱਕ ਤਾਂ ਇਹ ਹੈ ਕਿ ਜਿਹੜਾ ਡੇਰੇਦਾਰਾਂ ਦਾ ਰਹਿਣ ਸਹਿਣ ਵਰਤਾਅ ਹੈ ਜਾਂ ਉਹਨਾਂ ਦੇ RSS ਨਾਲ ਕਨੈਕਸ਼ਨ ਹੈ, ਉਹ ਗੱਲਾਂ ਹੈਗੀਆਂ ਕਾਫੀ ਹੱਦ ਤੱਕ ਸੱਚੀਆਂ। ਸੋ ਇੱਕ ਨੌਜਵਾਨ ਵਰਗ ਜਿਹਨੇ BA ਪਾਸ ਕੀਤੀ ਹੈ ਪਰ ਜਿਨ੍ਹਾਂ ਨੂੰ ਕੋਈ ਫਿਲਾਸਫੀ ਦੀ, ਧਰਮ ਦੀ ਬਹੁਤ ਡੂੰਘੀ ਸਮਝ ਨਹੀਂ ਜੀ, ਬਿਲਕੁਲ, ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਬੰਦੇ ਡੇਰੇਦਾਰਾਂ ਦਾ, ਬ੍ਰਾਹਮਣਵਾਦ ਦਾ ਵਿਰੋਧ ਕਰ ਰਹੇ ਆ ਉਹ ਚੰਗੀ ਗੱਲ ਕਰ ਰਹੇ ਆ। ਪਰ ਉਹ ਨੌਜਵਾਨ ਤਬਕਾ ਉਹ ਇਹ ਨਹੀਂ ਸਮਝ ਰਿਹਾ ਕਿ ਡੇਰੇਦਾਰ ਤਾਂ ਗਲਤ ਹੈਗੇ ਆ ਜੀ, ਉਹਨਾਂ 'ਚ ਵਿਚਾਰਧਾਰਕ ਨੁਕਸ ਵੀ ਹੈ, ਉਹਨਾਂ ਦੇ RSS ਨਾਲ ਕਨੈਕਸ਼ਨ ਵੀ ਹੈ। ਮੈਂ ਇਹ ਗੱਲ ਮੰਨਦਾ, ਇਹ ਦੋਨੇ ਗੱਲਾਂ ਠੀਕ ਹੈ, ਪਰ ਇਹਦੇ ਨਾਲ ਮਿਸ਼ਨਰੀ ਠੀਕ ਨਹੀਂ ਹੋ ਜਾਂਦੇ। ਜੇ ਕੋਈ ਹੋਰ ਗਲਤ ਹੈ ਤੁਸੀਂ ਕਿਵੇਂ ਠੀਕ ਹੋਗੇ? ਜਿਹੜੇ ਮਿਸ਼ਨਰੀ ਹੈ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਪਿਛਲੱਗ ਹੈ ਉਹ ਬੰਦੇ ਭੋਲੇ ਜਾਂ ਨਾ ਸਮਝ ਹੋ ਸਕਦੇ ਆ, ਪਰ ਜਿਹੜੇ ਅੱਗੇ ਲੱਗੇ ਆ ਬੰਦੇ ਸਾਰੀ ਗੱਲ ਨੂੰ ਤੂਲ ਦੇ ਰਹੇ ਆ ਉਹ ਬੰਦੇ ਸ਼ਰਾਰਤੀ ਤੇ ਬੇਈਮਾਨ ਵੀ ਹੋ ਸਕਦੇ ਆ। ਹੋ ਸਕਦਾ ਕੁਝ ਬੰਦਿਆਂ ਦਾ ਏਜੰਡਾ ਹੀ ਇਹ ਹੋਵੇ ਕਿ ਨਿੱਕੇ ਨਿੱਕੇ ਵਿਰੋਧ ਜਿਹੜੇ ਚੱਕ ਕੇ ਪੰਥ ਨੂੰ ਅੰਦਰ ਹੀ ਉਲਝਾਈ ਰੱਖਣਾ, ਹੋਰ ਕੋਈ ਗੱਲ ਹੀ ਨਹੀਂ ਕਰਨੀ,
ਮੀਨ ਮੇਖ ਕੱਢੀ ਜਾਣੀ ਹੈ ਹਰ ਗੱਲ ਤੇ ਮਤਲਬ ਫਿਰ ਦੋਨਾਂ ਪਾਸੇ ਤੋਂ ਯਾਨੀ ਕਿ ਇਸ ਹਾਲਾਤ ਦੇ ਵਿੱਚ ਜਿਹੜਾ ਮੈਂ ਸਮੈਲ ਕਰ ਰਿਹਾ ਕਿ ਦੋਨਾਂ ਪਾਸਿਆਂ ਦਾ ਜਿਹੜਾ ਤੁਸੀਂ ਐਨਾਲਿਸਿਸ ਕਰ ਰਹੇ ਹੋ, ਇਸ ਹਾਲਾਤ ਦੇ ਵਿੱਚ ਜਿਹੜੀ ਆਪਾਂ ਗੱਲ ਬਾਰ-ਬਾਰ ਕਰਦੇ ਕੌਮ 'ਚ ਏਕਤਾ ਹੋਣੀ ਚਾਹੀਦੀ, ਇਹਨਾਂ ਹਾਲਾਤਾਂ ਦੇ ਵਿੱਚ ਤਾਂ ਏਕਤਾ ਕਿਤੇ ਨਜ਼ਰ ਹੀ ਨਹੀਂ ਆ ਰਹੀ। ਕਿੱਥੋਂ ਤੁਸੀਂ ਖਾਲਸਾ ਰਾਜ ਦੀ ਗੱਲ ਕਰ ਸਕੋਗੇ? ਦੇਖੋ, ਜਿਹੜੀ ਖਾਲਸਾ ਰਾਜ ਦੀ ਗੱਲ ਸਾਨੂੰ ਹਰ ਹਾਲਤ ਬਰਕਰਾਰ ਰੱਖਣੀ ਚਾਹੀਦੀ ਹੈ, ਕਿਉਂਕਿ ਉਹ ਮੈਂ ਹਾਲਾਤਾਂ ਦੀ ਗੱਲ ਕਰ ਰਿਹਾ ਨਾ ਪ੍ਰਭਸ਼ਰਦੀਪ ਸਿੰਘ ਜੀ। ਤੁਸੀਂ ਹਾਲਾਤ ਦੇਖੋ, ਤੁਸੀਂ ਆਪ ਮੰਨ ਰਹੇ ਹੋ ਕਿ ਇਸ ਵਕਤ ਇੱਕ ਐਸੀ ਮਤਲਬ ਦੋਫਾੜ ਜੀ ਪਈ ਹੋਈ ਸਥਿਤੀ। ਹਾਲਾਤ ਇਸ ਤੋਂ ਵੀ ਮਾੜੇ ਵੇਖੇ ਆ ਕੌਮ ਨੇ। ਵੱਡੇ ਘੱਲੂਘਾਰੇ ਤੋਂ ਬਾਅਦ ਕੌਮ ਦੀ ਆਬਾਦੀ 30,000 ਤੇ ਖਾਲਸਾ ਫੌਜ ਦੀ ਆਬਾਦੀ 3,000 ਰਹਿ ਗਈ ਸੀ। ਆਹ ਵਾਲੇ ਹਾਲਾਤ ਦੀ ਸਨ ਪ੍ਰਭਸ਼ਰਦੀਪ ਸਿੰਘ ਜੀ। ਹਾਲਾਤ ਇਸ ਤੋਂ ਮਾੜੇ ਹੋ ਸਕਦੇ ਆ, ਪਰ ਆਹ ਵਾਲਾ ਐਡਾ ਵੱਡਾ ਕਾਰਨ ਉਸ ਵਕਤ ਆਹ ਕਾਰਨ ਨਹੀਂ ਸੀ। ਤੁਸੀਂ 1795 ਦੀ ਆਨੰਦ ਘਣ ਦੀ ਜਪਜੀ ਸਾਹਿਬ ਦੀ ਵਿਆਖਿਆ ਤੇ ਨਿਗਾਹ ਮਾਰੋ। ਓਕੇ, ਉਹ ਸ਼ਰੇਆਮ ਹਿੰਦੂਵਾਦ ਦੀ ਪੈਰਵਾਈ ਕਰ ਰਿਹਾ। ਗੁਰਦੁਆਰਿਆਂ ਦੇ ਅੰਦਰ ਉਦਾਸੀਆਂ ਤੇ ਨਿਰਮਲਿਆਂ ਦੇ ਨਾਲ ਬ੍ਰਾਹਮਣ ਵੜ ਚੁੱਕੇ ਸੀ। ਓਕੇ, ਬਹੁਤ ਖਰਾਬੀਆਂ ਉਦੋਂ ਵੀ ਸੀ। ਅੱਜ ਜਿਹੜੀ ਹਾਲਤ ਹੈ, ਸਾਡੀ ਸਥਿਤੀ, ਸਾਡੀ ਗਿਣਤੀ ਕਾਫੀ ਹੈ ਔਰ ਦੇ ਮੁਕਾਬਲੇ ਸਾਡੀ ਸਥਿਤੀ ਮਜ਼ਬੂਤ ਹੈ। ਪਰ ਅਸੀਂ ਉਹ ਖਰਾਬੀਆਂ ਗੈਰ ਸਿੱਖ ਕਰ ਰਹੇ ਸਰ। ਹੁਣ ਤੁਸੀਂ ਆਪਣੀ ਸਿੱਖ ਕੀ ਕਹੋਗੇ ਜੀ? ਆਪਣੀ ਖਰਾਬੀਆਂ ਅਸੀਂ ਜਿਹੜੀ ਖਰਾਬੀਆਂ ਨੂੰ ਨਜਿੱਠਣ ਦਾ ਮਸਲਾ ਨਾ, ਹਾਂਜੀ, ਕਿ ਜਿਹੜਾ ਪਹਿਲਾਂ ਆਪਣਾ ਪ੍ਰਭ ਸ਼ਰਨਬੀਰ ਸਿੰਘ ਨੇ ਪੁਆਇੰਟ ਚੱਕਿਆ ਕਿ ਸੋਸ਼ਲ ਮੀਡੀਆ ਦੇ ਨਾਲ ਇੱਕ ਅਨਾਰਕੀ ਵਾਲੀ ਸਥਿਤੀ ਬਣੀ ਹੈ। ਜੀ ਜੀ, ਪਹਿਲਾਂ ਤਾਂ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਜਿਹੜੇ ਵੀ ਸਿੱਖ ਮਾਈ ਭਾਈ ਨੇ ਸਿੱਖੀ ਬਾਰੇ, ਕਿਸੇ ਪੰਥਕ ਮਸਲੇ ਬਾਰੇ ਗੱਲ ਕਰਨੀ ਹੈ, ਉਹਨਾਂ ਨੂੰ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ। ਉਹਨਾਂ ਨੂੰ ਪਹਿਲਾਂ ਕੋਈ ਅਧਿਐਨ ਕਰਨਾ ਚਾਹੀਦਾ। ਹਰ ਗੱਲ ਸੋਚ ਵਿਚਾਰ ਕੇ ਬੋਲਣੀ ਚਾਹੀਦੀ ਹੈ। ਜੇ ਸਾਡੇ ਕੋਲ ਸੋਸ਼ਲ ਮੀਡੀਆ ਆ ਗਿਆ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੁਝ ਵੀ ਬੋਲਣਾ ਉਹਦੇ ਨਾਲ ਜਾਇਜ਼ ਨਹੀਂ ਬਣ ਜਾਂਦਾ। ਇਹਦੇ ਕਰਕੇ ਜਿਹੜੇ ਬੰਦਿਆਂ ਦੀ ਕੋਈ ਉਸ ਖੇਤਰ ਦੇ ਵਿੱਚ ਕਮਾਈ ਨਹੀਂ, ਉਹਨਾਂ ਨੇ ਕੋਈ ਪੜ੍ਹਾਈ ਨਹੀਂ ਕੀਤੀ, ਕੋਈ ਆਪਣਾ ਅਧਿਐਨ ਨਹੀਂ, ਕੋਈ ਡੂੰਘੀ ਸਮਝ ਨਹੀਂ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਵੱਡੇ ਮਸਲਿਆਂ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ, ਦਖਲਅੰਦਾਜ਼ੀ ਦੇ ਕੇ ਪੰਥ ਨਾਲ ਵੱਡਾ ਧਰੋਕ ਮਾਰ ਰਹੇ ਹਾਂ। ਪਰ ਇਹ ਤਾਂ ਪ੍ਰਭ ਸ਼ਰਨਦੀਪ ਸਿੰਘ ਜੀ ਸ਼ਰਾਰਤਾਂ ਹੋਣਗੀਆਂ ਹੀ ਹੋਣਗੀਆਂ 100%। ਤੁਸੀਂ ਇਹਨੂੰ ਸਟਾਪ ਨਹੀਂ ਕਰ ਸਕਦੇ, ਕਿਉਂਕਿ ਇਸ ਵਕਤ ਤਾਂ ਆਹ ਸ਼ਰਾਰਤਾਂ ਕਰਨ ਦਾ ਤਰੀਕਾ ਤੁਹਾਡੇ ਹੱਥ ਜਿਹੜਾ ਲੱਗਾ ਉਹ ਬਹੁਤ ਹੀ ਆਸਾਨ ਹੈ, ਜਿਹਨੂੰ ਸੋਸ਼ਲ ਮੀਡੀਆ ਤੁਸੀਂ ਆਪ ਮੰਨ ਕੇ ਚੱਲ ਰਹੇ ਹੋ। ਇਹ ਬੰਦ ਕਮਰੇ 'ਚ ਬਹਿ ਕੇ ਮੈਂ ਜਿਹਨੂੰ ਮਰਜ਼ੀ ਜੋ ਮਰਜ਼ੀ ਕਹੀ ਜਾਵਾਂ, ਭਾਵੇਂ ਕਿਸੇ ਪਾਸੋਂ ਵਿਗਾੜ ਪਾਈ ਜਾਵਾਂ, ਭਾਵੇਂ ਬਾਣੀ ਦੇ ਵਿੱਚ ਜੋ ਮਰਜ਼ੀ ਕਰੀ ਜਾਵਾਂ ਜੀ, ਗਲਤ ਆਇਡੈਂਟੀਟੀਆਂ ਬਣਾ ਕੇ। ਇਸ ਸਥਿਤੀ ਦੇ ਵਿੱਚ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ, ਮੈਨੂੰ ਪ੍ਰੋਪਰ ਤੁਹਾਡੇ ਵੱਲੋਂ ਜਵਾਬ ਨਹੀਂ ਆ ਰਿਹਾ। ਤੁਹਾਡੀ ਗੱਲ ਠੀਕ ਹੈ, ਸ਼ਰਾਰਤਾਂ ਇਹ ਹੋ ਰਹੀਆਂ ਤੇ ਹੋਣਗੀਆਂ, ਅਸੀਂ ਇਹਨੂੰ ਬੰਦ ਨਹੀਂ ਕਰਵਾ ਸਕਦੇ। ਪਰ ਜਦੋਂ ਅਸੀਂ ਮੀਡੀਆ ਤੇ ਗੱਲ ਕਰ ਰਹੇ ਹਾਂ, ਅਸੀਂ ਜਿਹੜੇ ਪੰਥ ਦੇ ਜ਼ਿੰਮੇਵਾਰ ਵਿਅਕਤੀ ਤੇ ਅਦਾਰੇ ਆ ਜੀ, ਉਹਨਾਂ ਨੂੰ ਸੰਬੋਧਿਤ ਹੋ ਕੇ ਉਹਨਾਂ ਨਾਲ ਆਪਣੇ ਵਿਚਾਰ ਜਾਂ ਆਪਣੀਆਂ ਆਬਜ਼ਰਵੇਸ਼ਨਸ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਨੂੰ ਕੋਈ ਬਹੁਤ ਉਸਾਰੂ ਡਾਇਲਾਗ ਦਾ ਜਿਹੜਾ ਕਲਚਰ ਹੈ, ਕਦੀ ਤੁਹਾਡੀ ਉਹ ਬਣਾਉਣਾ ਚਾਹੀਦਾ। ਕਦੀ ਤੁਹਾਡੀ ਇਹਨਾਂ ਜ਼ਿੰਮੇਵਾਰ ਵਿਅਕਤੀਆਂ ਨਾਲ ਰੂਬਰੂ ਗੱਲ ਹੋਈ ਹੈ, ਖਾਸ ਕਰਕੇ ਉਹਨਾਂ ਦੇ ਨਾਲ ਜਿਨ੍ਹਾਂ ਤੋਂ ਆਪਾਂ ਜ਼ਿਕਰ ਕਰ ਰਹੇ ਹਾਂ? ਹਾਂਜੀ ਹੋਈ ਹੈ। ਹਾਂਜੀ, ਕਿਸ ਮੁਕਾਮ ਤੇ ਤੁਸੀਂ ਪਹੁੰਚੇ? ਫਿਰ ਕੀ ਤੁਹਾਡਾ ਮਤਲਬ ਕੋਈ ਹੱਲ ਨਿਕਲਿਆ? ਜ਼ਿੰਮੇਵਾਰ ਸੱਜਣਾ ਨੇ ਹਰ ਵਾਰੀ ਇਹ ਸਾਬਤ ਕੀਤਾ ਹੈ ਕਿ ਉਹਨਾਂ ਨੂੰ ਉਹਨਾਂ ਜ਼ਿੰਮੇਵਾਰ ਅਹੁਦਿਆਂ ਤੇ ਨਹੀਂ ਹੋਣਾ ਚਾਹੀਦਾ। ਉਹ ਖੁਦ ਕਹਿ ਰਹੇ ਨਹੀਂ, ਮੇਰੀ ਸਮਝ ਇਹ ਹੈ। ਓਕੇ, ਉਹ ਤਾਂ ਕਹਿੰਦੇ ਆ ਸਾਡੇ ਤੋਂ ਵੱਡਾ ਕੋਈ ਹੈ ਹੀ ਨਹੀਂਗਾ, ਅਸੀਂ ਹੀ ਆਗੂ ਹੋਣੇ ਚਾਹੀਦੇ ਆ, ਸਾਡਾ ਜਨਮਸਿੱਧ ਅਧਿਕਾਰ ਹੈ। ਪਰ ਮੇਰੀ ਸਮਝ ਇਹ ਹੈ ਕਿ ਜਿਹੜੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਸੱਜਣ ਹੈ, ਉਹ ਜ਼ਿੰਮੇਵਾਰ ਅਹੁਦਿਆਂ ਤੇ ਬੈਠਣ ਦੇ ਕਾਬਿਲ ਨਹੀਂ ਇਸ ਵਕਤ ਦੀ ਸਥਿਤੀ ਹੈ। ਹਾਂਜੀ, ਇਸ ਵਕਤ ਇਹ ਜਨਰਲ ਸਟੇਟਮੈਂਟ ਜਿਹੜੀ ਹੈ, ਕੁਝ ਐਕਸੈਪਸ਼ਨਸ ਨੂੰ ਛੱਡ ਕੇ ਇਹ ਸੇਫਲੀ ਦਿੱਤੀ ਜਾ ਸਕਦੀ ਹੈ। ਇਹ ਬਣੀ ਹੋਈ ਸਾਡੀ ਸਥਿਤੀ। ਹਾਂਜੀ, ਪ੍ਰਭ ਸ਼ਰਨਦੀਪ ਸਿੰਘ ਜੀ ਔਰ ਪ੍ਰਭ ਸ਼ਰਨਬੀਰ ਸਿੰਘ ਜੀ, ਵਕਤ ਦਾ ਪਤਾ ਨਹੀਂ ਲੱਗਾ, ਸਾਡੀ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਹੋ ਗਿਆ। ਲੇਕਿਨ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੇ ਇਸ ਵਕਤ ਦੇਖ ਰਹੇ ਨੇ ਉਹਨਾਂ ਨੂੰ ਦੱਸਦਾ ਚੱਲਾਂ ਕਿ ਸਾਡੀ ਇਸ ਵਕਤ ਗੱਲਬਾਤ ਚੱਲ ਰਹੀ ਹੈ ਸਤਿਕਾਰਯੋਗ ਸਰਦਾਰ ਪ੍ਰਭ ਸ਼ਰਨਦੀਪ ਸਿੰਘ ਸਾਹਿਬ ਜੀ ਔਰ ਸਤਿਕਾਰਯੋਗ ਸਰਦਾਰ ਪ੍ਰਭ ਸ਼ਰਨਬੀਰ ਸਿੰਘ ਸਾਹਿਬ ਜੀ। ਮੇਰੇ ਪਾਸ ਅਨੇਕਾਂ ਹੀ ਕੁਐਸਚਨ ਹੈ, ਲੇਕਿਨ ਮੈਂ ਚਾਹਾਂਗਾ ਕਿ ਇਸ ਬ੍ਰੇਕ ਤੋਂ ਬਾਅਦ ਤੁਸੀਂ ਫੋਨ ਕਾਲਸ ਮਿਲਾਓ ਔਰ ਤੁਸੀਂ ਆਪਣੇ ਵੱਲੋਂ ਸ਼ਾਰਟ ਦੇ ਵਿੱਚ ਇਹਨਾਂ ਦੋਨਾਂ ਨੂੰ, ਗੁਰਸਿੱਖ ਵੀਰਾਂ ਨੂੰ, ਕਿਉਂਕਿ ਇਹ ਡੈਡੀਕੇਟਿਡ ਸਿੱਖ ਨੇ, ਇਹ ਸਮਰਪਿਤ ਸਿੱਖ ਨੇ, ਇਹਨਾਂ ਦਾ ਕਿਸੇ ਜਿਹਨੂੰ ਆਪਾਂ ਸੋ ਕੋਲਡ ਕਹਿ ਸਕਦੇ ਹਾਂ
ਚਲੋ ਆਪਾਂ ਕਾਹਦੀ ਜ਼ਿਕਰ ਕਰਨਾ, ਤੁਸੀਂ ਸਮਝ ਜਾਓਗੇ, ਉਹਨਾਂ ਦੇ ਨਾਲ ਕੋਈ ਵਾਬਸਤਾ ਨਹੀਂ, ਸਿੱਧਾ ਗੁਰੂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵਾਬਸਤਾ। ਇਸ ਪੱਖੋਂ ਇਹ ਬਿਹਤਰ ਜਵਾਬ ਦੇ ਸਕਦੇ ਤੁਹਾਡੇ ਸਵਾਲਾਂ ਦੇ। ਇਸ ਕਰਕੇ ਮੈਂ ਚਾਹਾਂਗਾ ਕਿ ਜ਼ਰੂਰ ਤੁਸੀਂ ਇਸ ਤੋਂ ਬਾਅਦ ਸਾਡੀ ਸਕਰੀਨ ਦੇ ਉੱਤੇ ਸਾਡਾ ਨੰਬਰ ਆਉਣਾ ਸ਼ੁਰੂ ਹੋ ਜਾਏਗਾ। ਨੰਬਰ ਮੈਂ ਵੈਸੇ ਫਿਰ ਵੀ ਦੇ ਦੇਣਾ 0208571427 ਇਹ ਸਾਡਾ ਸਟੂਡੀਓ ਦਾ ਨੰਬਰ ਰਹੇਗਾ। ਸਾਊਥ ਹਾਲ ਸਟੂਡੀਓ ਤੋਂ ਇਸ ਵਕਤ ਅਸੀਂ ਇਹ ਪ੍ਰੋਗਰਾਮ ਦੇ ਰਹੇ ਹਾਂ ਔਰ ਮੈਂ ਚਾਹਾਂਗਾ ਕਿ ਸ਼ਾਰਟ ਦੇ ਵਿੱਚ ਤੁਸੀਂ ਇਹਨਾਂ ਨੂੰ ਕੁਐਸਚਨ ਪੁੱਛੋ ਤਾਂ ਕਿ ਆਪਾਂ ਕੋਈ ਹੱਲ ਲੱਭ ਸਕੀਏ ਜਿਹੜੀਆਂ ਇਸ ਵਕਤ ਦਰਪੇਸ਼ ਸਮੱਸਿਆਵਾਂ ਆ ਰਹੀਆਂ ਨੇ। ਤਾਂ ਕਿਤੇ ਨਹੀਂ ਜਾਣਾ ਜੀ, ਡਟੇ ਰਹਿਣਾ। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਇਸ ਸਮੱਸਿਆ ਦੇ ਹੱਲ ਦੇ ਲਈ। ਥੈਂਕ ਯੂ, ਧੰਨਵਾਦ। ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚ-ਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡਸ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। और आप इस वक्त मुद्दे के प्रोग्राम के रूबरू हो अपने दास गुरदीप सिंह के नाल और मेरे नाल मेरे मेहमान मेरे बहुत ही प्यारे सत्कारयोग छोटे वीर प्रभ शरणदीप सिंह साहब जी और प्रभ शरणबीर सिंह साहब जी, दोनों ही बहुत ही हाईली इंटलैक्चुअल और एक बहुत ही अमीर बहस की जिहड़ी है वो साडे विचकार अज एक मंग है। तो मैं चाहांगा कि आप भी जरूर इस तो बाद अपनी फोन कॉल्स मिला लो। स्क्रीन के उत्ते साडा नंबर आना शुरू हो गया होगा 0208571427 571427 ये साडे स्टूडियो का नंबर है। लेकिन नाल मैं बेनती जरूर करांगा कि आप शॉर्ट दे विच क्वेश्चन ही सिर्फ पूछना ताकि आपां उन्हां दी विद्वता दा लाभ ले सकीए और उन्हां दे जिहड़े विषय ने थीसिस दे ਉਹ ਵਿਸ਼ੇ ਵੀ ਸਾਡੇ ਉਸ ਇਤਿਹਾਸ ਦੇ ਨਾਲ ਵਾਬਸਤਾ ਨੇ ਜਿਸ ਇਤਿਹਾਸ ਨੂੰ ਇਸ ਵਕਤ ਵਿਗਾੜਿਆ ਜਾ ਰਿਹਾ ਜਾਂ ਫਿਰ ਸਾਡੀ ਉਹ ਗੁਰਬਾਣੀ। ਪ੍ਰਭ ਸ਼ਰਨਬੀਰ ਸਿੰਘ ਸਾਹਿਬ ਜੀ, ਮੇਰਾ ਅਗਲਾ ਕੁਐਸਚਨ ਤੁਹਾਡੇ ਨਾਲ ਰਹੇਗਾ ਕਿ ਆਪਾਂ ਹੁਣ ਜਦ ਗੱਲ ਚੱਲੀ ਪਈ ਹੈ ਆਪਾਂ ਹੁਣ ਓਪਨ ਹੀ ਗੱਲ ਕਰੀਏ ਕਿ ਦੋ ਇਸ ਵਕਤ ਧਿਰਾਂ ਨੇ, ਮੈਂ ਹੁਣ ਨਾਮ ਨਹੀਂ ਲੈਂਦਾ, ਤੁਸੀਂ ਸਮਝ ਜਾਣਾ, ਇੱਕ ਸੰਪਰਦਾਇ ਕਹਿ ਲਈਏ, ਇੱਕ ਉਹਨਾਂ ਦੇ खिलाफ कह लीए या उन्होंने हक च या है तो आप सारे गुर के सिख ही मिशन सारे का एको ही है, प्रचार और गुरु ग्रंथ साहब जी की पवित्र बाणी। फिर की कारण है, इन्हां दे विच आपस दे विच दो फाड़ और फिर की कारण है कि इस दो फाड़ दे विच इन्नी को तलखी कि गल कतल तक जा पहुंचती है, इन्नी को तलखी कि इत्थों तक कि गन पॉलिटिक्स लै जाती है, इन्नी को तलखी हो जाती है कि किसी भी कारण ते मैं तुहानू नहीं तुसी मैनू नहीं, इहदे विच मैं तुहानू और तुसी मैनू कौन, तुसी गल नूं समझ लेना कि आपां एक दूसरे नूं बर्दाश्त तक नहीं कर सक रहे। प्रभ शरणबीर सिंह जी, साडे नाल एक फोन कॉल भी इस वक्त साडी गल करना चाहते, जिस प्रश्न का जवाब कॉल तो बाद दिओ, पर तुसी इस क्वेश्चन नूं ध्यान दे विच रखना, ये बड़ा गहरा और गंभीर क्वेश्चन है, अगर आप इसनूं हल कर सकी। जी कौन बोलते हो आप जी? वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। खालसा जी, मैं तरलोचन सिंह दरबी तो बोल रहा जी। तरलोचन सिंह साहब की कहना चाहोगे? मैं जी यही, जिस तरह अपने भाई साहब ने तुसी जे कीता ते कौम दे विच एकता क्यों नहीं हो रही। हाँ जी। जदों 1984 दे विच संत जरनैल सिंह जी से उदों तकरीबन कौम समुची इकट्ठी हो गई सी। बिल्कुल जी। हाँ जी। मेरा सवाल और सवाल दे रूप विच ही ओदा जवाब भी है ते मैनू थोड़ा स्पष्टीकरण मैं चाहना। वैसे 1996 सिख पंथ दे विच हर एक बाणी से किंतु किया गया, हर एक संस्था आपो विच दो फाड़ हो गई और बाणियां ते किंतु कदी 10 ग्रंथ साडे किंतु, पर एक मैं गल कहना ਜਿਹੜੇ भी साडे विद्वान बुद्धिजीवी 10 ग्रंथ नूं, जाप साहब नूं, सवैयां नूं कंडेम करदे ने। पिछे संत जरनैल सिंह दी ਤੇ ਉਹ ਸੰਤ ਜਰਨੈਲ ਸਿੰਘ ਦੀ ਮਹਾਂਪੁਰਸ਼ਾਂ ਦੀ ਕਹਿੰਦੇ ਸੀ 10 ਦਾ ਵਿਰੋਧੀ ਹਲਕਿਆ ਕੁੱਤਾ ਜਿੱਥੇ ਮਿਲੇ ਛਿੱਤਰ ਵਾਰਿਆ ਕਰੋ, ਮੇਰੇ ਨਹੀਂ ਲੱਭਦੇਗੇ। ਅਬ ਇਹ ਹੈਗਾ ਕਿ ਅੱਜ ਕੱਲ ਜਿਹੜੇ ਸਾਡੇ ਸਕਾਲਰ ਵੀ ਨੇ, ਮਾਫ ਕਰਨਾ ਮੈਂ ਕੁਝ ਨੂੰ ਨਾ ਪਿਆਰ ਨਾਲ ਮੈਂ ਚਾਹਨਾ ਕੌਮ ਦੇ ਵਿੱਚ ਏਕਤਾ ਇਤਫਾਕ ਹੋਵੇ। ਮੇਰਾ ਸਵਾਲ ਇਹ ਹੈ ਕਿ ਜਿੰਨੇ ਵੀ ਸਾਡੀ ਜਿੰਨੀ ਇੱਕ ਜਿਸ ਤਰ੍ਹਾਂ ਹੁੰਦਾ ਨਾ ਜੀਦੀ ਬੱਚਾ, ਮੇਰੀ ਹੀ ਗੱਲ ਨਹੀਂ ਜਾਵੇ, ਉਹ ਇਹਨਾਂ ਨੇ ਕਿਹਾ ਵੀ ਪਹਿਲਾਂ। ਹਾਂਜੀ 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 ਕਿਹਾ, ਬਿਲਕੁਲ ਕਿਹਾ। ਔਰ ਦੂਸਰੀ ਗੱਲ, सिख पंथ के कोले 5 तख्त ने और 5 तख्तां दे विच 2 तख्त ते 10 है ते तुसीं बहस करी जाइए, ਇਹਦਾ मतलब ਅਸੀਂ कौम नूं दफाड़ ਵੱਲ ਤੋਰ ਰਹੇ ਹਾਂ। ਜੋ ਪਿਛਲੇ ਮਹਾਂਪੁਰਸ਼ਾਂ ਨੇ ਉਸ ਦਫੇੜ ਨੂੰ 84 ਦੇ ਵਿੱਚ ਨੇੜੇ ਕੀਤਾ। ਪਰ ਮੇਰਾ ਸਵਾਲ ਇਹ ਆਪਣੇ ਸਕਾਲਰ ਭਰਾਵਾਂ ਨੂੰ ਵੀ ਇਹ ਕਿਉਂ ਸਾਡੇ ਜਿਹੜੇ ਆ ਪੜ੍ਹੇ ਲਿਖੇ ਆ ਉਹ ਕਿਉਂ, ਸਪੋਜ਼ ਕਰੋ ਅਸੀਂ 2 ਭਰਾ ਆ, ਮੈਨੂੰ ਪਤਾ ਵੀ ਨਹੀਂ ਤੇ ਮੈਂ ਕਿਉਂ ਨਹੀਂ ਉਸ ਗੱਲ ਨੂੰ ਅਵੋਇਡ ਕਰਦਾ
ਆਖਰ ਵਿੱਚ ਮੈਂ ਪੁਆਇੰਟ ਤੇ ਲੈ ਕੇ ਆਣਾ ਕਿ ਕਿਉਂ ਸਾਡੇ ਜਿਹੜੇ ਬੁੱਧੀਜੀਵੀ ਸਕਾਲਰ ਸਾਨੂੰ ਰਾਹ ਦੱਸਣ ਦੀ ਬਜਾਏ ਤੋੜ ਰਹੇ ਆ। ਇਹ ਮੇਰਾ ਜਵਾਬ ਜ਼ਰੂਰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮੇਰਾ ਪ੍ਰਸ਼ਨ ਜੋ ਉੱਥੇ ਹੀ ਹੈ, ਪਰ ਮੇਰੇ ਪ੍ਰਸ਼ਨ ਦਾ ਤੁਸੀਂ ਬਾਅਦ 'ਚ ਭਾਵੇਂ ਜਵਾਬ ਦੇ ਸਕਦੇ ਹੋ, ਪਰ ਕਿਉਂਕਿ ਇਹ ਸਾਡੇ ਕਾਲਰ ਤਰਲੋਕ ਸਿੰਘ ਸਾਹਿਬ ਜੀ ਬੋਲ ਰਹੇ ਸਨ ਡਰਬੀ ਤੋਂ, ਆਪ ਜੀ ਵਿੱਚ ਕੋਈ ਵੀ ਇਹਨਾਂ ਦੀ ਗੱਲ ਦਾ ਸਪਸ਼ਟੀਕਰਨ ਜਾਂ ਜਵਾਬ ਦੇਣਾ ਚਾਹੇ, ਭਾਵੇਂ ਤੁਸੀਂ ਜਾਂ ਪ੍ਰਭ ਸ਼ਰਨਬੀਰ ਸਿੰਘ ਸਾਹਿਬ ਜੀ ਜਾਂ ਪ੍ਰਭ ਸ਼ਰਨਦੀਪ ਸਿੰਘ ਜੀ, ਕੋਈ ਕੌਣ ਦੇਣਾ ਚਾਹੇਗਾ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਸਕਾਲਰਸ ਆ ਜਿਹੜੇ ਉਹ ਇਸ ਵਖਰੇਵੇਂ ਨੂੰ ਨਹੀਂ ਮਿਟਾ ਸਕੇ, ਕਿਉਂਕਿ ਉਹਨਾਂ ਦੀ ਸ਼ਖਸੀਅਤ ਹੈ ਜਿਹੜੀ ਉਹ ਸੰਤਾਂ ਵਰਗੀ ਤਾਂ ਹੈ ਨਹੀਂ ਕਿਸੇ ਸਕਾਲਰ ਦੀ ਵੀ। ਪਰ ਸਕਾਲਰ ਵੀ ਤਾਂ ਆਪਸ ਚ ਲੜ ਰਹੇ ਨੇ ਨਾ, ਮਤਲਬ ਜਿਹੜੇ ਦੋਨਾਂ ਧਿਰਾਂ ਦੇ ਵਿੱਚ ਡੈਫੀਨੇਟਲੀ ਜਿਹੜੀਆਂ ਦੋ ਧਿਰਾਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਇਹ ਕਦੀ ਹੋ ਹੀ ਨਹੀਂ ਸਕਦਾ ਕਿ ਉਹ ਬੁੱਧੀਜੀਵੀ ਸਕਾਲਰ ਨਾ ਹੋਣ। ਉਹ ਵੀ ਬੜੇ ਗੁਣੀ ਗਿਆਨੀ ਨੇ, ਬੜੇ ਪੜ੍ਹੇ ਲਿਖੇ ਨੇ, ਇੱਧਰ ਵੀ ਬੜੇ ਪੜ੍ਹੇ ਲਿਖੇ ਨੇ, ਮਤਲਬ ਸਕਾਲਰਸ਼ਿਪ ਦੀ ਤਾਂ ਕਮੀ ਨਹੀਂ ਹੈ ਕਿਸੇ ਪਾਸੇ। ਦੇਖੋ ਹੈ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ, ਨੀਮ ਹਕੀਮ ਖਤਰਾ ਜਾਨ। ਸਿੱਖਾਂ ਦੇ ਵਿੱਚ ਪ੍ਰੋਬਲਮ ਇਹ ਪਈ ਹੈ ਕਿ ਬਹੁਤ ਸਾਰੇ ਨੀਮ ਵਿਦਵਾਨ ਪੈਦਾ ਹੋ ਗਏ। ਜਿਹੜੇ ਨੀਮ ਵਿਦਵਾਨਾਂ ਦਾ ਪੈਦਾ ਹੋਣਾ, ਨੀਮ ਵਿਦਵਾਨ ਜਿਹੜਾ ਉਹ ਮਸਲੇ ਨਿਬੇੜਦਾ ਨਹੀਂ, ਉਹ ਮਸਲੇ ਪੈਦਾ ਕਰਦਾ, ਉਹ ਕਲੇਸ਼ ਆ ਜਿਹੜੇ ਨਵੇਂ ਖੜੇ ਕਰਦਾ, ਕਿਉਂਕਿ ਉਹਦਾ ਗਿਆਨ ਆ ਜਿਹੜਾ ਉਹ ਅਧੂਰਾ। ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ। ਯੈਸ, ਜੇ ਸਪੈਸੀਫਿਕ ਗੱਲ ਕਰਨੀ ਹੋਵੇ ਇਹਦੇ ਬਾਰੇ, ਸਾਡੇ ਪਾਸ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ। ਤੁਸੀਂ ਮੈਨੂੰ ਜਿਸ ਤਰ੍ਹਾਂ ਕਹੋ ਆਪਣੀ, ਅਗਰ ਆਪਾਂ ਵੀ ਆਪਣੀ ਆ ਗੱਲ ਨਿਬੇੜ ਲਈਏ। ਜੇ ਸਪੈਸੀਫਿਕ ਗੱਲ ਕਰਨੀ ਹੋਵੇ ਅਧੂਰੇ ਗਿਆਨ ਦੀ, ਜਿਹੜੇ ਮਾਡਰਨਿਸਟ ਫਿਲੋਸੋਫੀਕਲ ਸਿਸਟਮ ਨੂੰ ਲੈ ਕੇ ਮਿਸ਼ਨਰੀ ਸਿੱਖੀ ਦੀ ਐਬਸੋਲਿਊਟ ਵਿਆਖਿਆ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਉਹ ਨਾ ਉਹਨਾਂ ਨੇ ਪੜ੍ਹਿਆ, ਨਾ ਉਹਨਾਂ ਦੀ ਉਹਨੂੰ ਪੜ੍ਹਨ ਦੀ ਸਮਰੱਥਾ, ਨਾ ਉਹ ਅਧਿਐਨ ਕਰਨ ਦੇ ਕਾਬਲ ਆ। ਉਹ ਉਹਦੀ ਅੱਖਾਂ ਮੀਟ ਕੇ ਉਸ ਫਲਸਫੇ ਦੀ ਪੈਰਵਾਈ ਕਰ ਰਹੇ ਆ ਜਿਹੜਾ ਉਹਨਾਂ ਨੇ ਖੁਦ ਪੜ੍ਹਿਆ ਵੀ ਨਹੀਂ ਤੇ ਉਹਨਾਂ ਲਈ ਐਕਸੈਸੀਬਲ ਵੀ ਨਹੀਂ। ਇਹ ਬਹੁਤ ਹਾਸੋਹੀਣੀ ਗੱਲ ਹੈ। ਉਹਨਾਂ ਤੇ ਥੋਪ ਦਿੱਤਾ ਗਿਆ। ਨਹੀਂ ਅੱਗੋਂ ਫਿਰ ਉਹੀ ਰੱਟੀ ਅੰਗਰੇਜ਼ਾਂ ਨੇ ਉਹ ਬਸਤੀਵਾਦ ਦੇ ਦੌਰ ਦੇ ਵਿੱਚ ਉਹ ਇੰਟਰੋਡਿਊਸ ਕਰਾਇਆ। ਉਹਦੇ ਨਾਲ ਸਿੱਖਾਂ ਨੂੰ ਕ੍ਰਿਟੀਕਲੀ ਇੰਗੇਜ ਕਰਨ ਦੀ ਲੋੜ ਸੀ, ਗੁਰਬਾਣੀ ਦੇ ਬੇਸ ਤੇ ਉਹਦਾ ਕ੍ਰਿਟੀਕ ਦੇਣ ਦੀ ਲੋੜ ਸੀ। ਜੀ ਜੀ। ਕੁਝ ਲੋਕ ਜਿਨ੍ਹਾਂ ਦਾ ਕੋਈ ਬਹੁਤਾ ਡੂੰਘਾ ਅਧਿਐਨ ਨਹੀਂ ਸੀ, ਜਿਹੜੇ ਚੰਗੇ ਵਿਦਵਾਨ ਵੀ ਨਹੀਂ ਸੀ, ਉਹ ਉਹਦੇ ਪ੍ਰਭਾਵ 'ਚ ਆ ਗਏ, ਉਹਦੇ ਸਾਹਮਣੇ ਹੀਣ ਭਾਵਨਾ ਮਹਿਸੂਸ ਕਰਨ ਲੱਗੇ। ਉਸ ਹੀਣ ਭਾਵਨਾ ਦੇ ਵਿੱਚੋਂ ਮਾਡਰਨਿਜ਼ਮ ਨੂੰ ਕਸਵੱਟੀ ਬਣਾ ਕੇ ਸਿੱਖੀ ਨੂੰ ਤੇ ਗੁਰਬਾਣੀ ਨੂੰ ਉਹਦੇ ਆਧਾਰ ਤੇ ਪਰਖ ਰਹੇ ਆ। ਬਹੁਤ ਵੱਡੀ ਗੱਲ ਚਾਹੀਦਾ ਇਹ ਹੈ ਕਿ ਗੁਰਬਾਣੀ ਦੇ ਆਧਾਰ ਤੇ ਅਸੀਂ ਮਾਡਰਨਿਜ਼ਮ ਨੂੰ ਪਰਖੀਏ ਤੇ ਉਹਦੀਆਂ ਘਾਟਾਂ ਦੁਨੀਆ ਨੂੰ ਦਸੀਏ, ਸਾਡੇ ਲੋਕਾਂ ਨੂੰ ਵੀ ਤੇ ਵੈਸਟ ਨੂੰ ਵੀ। ਕੀ ਬਾਤ ਹੈ, ਬਹੁਤ ਵਧੀਆ ਜਵਾਬ ਦਿੱਤਾ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਤੇਜਿੰਦਰ ਸਿੰਘ ਬੋਲਦਾ। ਹਾਂਜੀ ਕੈਪਟਨ ਸਾਹਿਬ, ਕੀ ਹਾਲ ਹੈ? ਬਸ ਠੀਕ ਹੈ ਜੀ। ਬਹੁਤ ਸਭ ਤੋਂ ਪਹਿਲਾਂ ਤੁਹਾਨੂੰ ਤੇ ਦੋਨਾਂ ਵੀਰਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਵੀ, ਵੀਰਾਂ ਦੇ ਵੀ ਨੇ। ਪਰ ਮੇਰਾ ਇੱਕ ਕੁਐਸਚਨ ਆਇਆ ਨਾ ਵੀਰਾਂ ਨੂੰ ਕਿ ਵੀਰ ਜੀ, ਕਿ ਜਦੋਂ ਤੱਕ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਸਿੱਖ ਕੌਮ ਆਪਣੀਆਂ ਅਹੁਦੇਦਾਰੀਆਂ ਪਿੱਛੇ, ਆਪਣੀਆਂ ਛੋਟੇ ਛੋਟੇ ਲਾਲਚਾਂ ਪਿੱਛੇ ਜੇ ਮੈਂ ਅਰਕਾ ਦੇਖਿਆ ਸਿੱਖ ਦੀ ਪੱਗ ਲਾ ਰਿਹਾ ਇੱਕ ਪ੍ਰਧਾਨਗੀ ਦੀ ਖਾਤਰ। ਜੀ ਜੀ ਜੀ। ਔਰ ਇਹਨਾਂ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ ਤੇ ਸਾਡੇ 'ਚ ਕਿਸ ਤਰ੍ਹਾਂ ਭਾਵਨਾ ਆ ਸਕਦੀ ਕਿ ਅਸੀਂ ਇਹਨਾਂ ਅਹੁਦੇਦਾਰੀਆਂ ਨੂੰ ਛੱਡ ਕੇ ਕੌਮ ਦੇ ਸਹਿਯੋਗ ਹੋਈਏ। ਔਰ ਦੂਜਾ ਕੁਐਸਚਨ ਮੇਰਾ ਇਹ ਹੈ, ਜਿਹੜਾ ਅੱਜ ਡੇਰਾਵਾਦ ਹੈ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਚਾਹੇ ਇੱਥੇ ਇੰਗਲੈਂਡ ਵਿੱਚ ਹੈ, ਚਾਹੇ ਯੂਰਪ 'ਚ ਹੈ, ਚਾਹੇ ਇੰਡੀਆ 'ਚ ਹੈ। ਜੀ ਜੀ। ਇਹਨਾਂ ਨੇ ਸਾਨੂੰ ਸਿਰਫ ਵਾਹਿਗੁਰੂ ਸੰਤ ਬਣਾ ਦਿੱਤਾ। ਵਾਹਿਗੁਰੂ ਵਾਹਿਗੁਰੂ ਚਿਮਟੇ ਖੜਕਾਈ ਜੋ, ਵਾਹਿਗੁਰੂ ਵਾਹਿਗੁਰੂ ਕਰੋ ਜੋ, ਰੱਬ ਆਪੇ ਦੇਖੂ। ਰੱਬ ਆਪੇ ਨਹੀਂ ਦੇਖੂਗਾ। ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀਗਾ ਤੁਹਾਨੂੰ ਹੱਥ ਪੈਰ ਦਿੱਤੇ ਨੇ, ਜਦੋਂ ਤੁਹਾਡੀ ਦਲੀਲ ਵਕੀਲ ਖਤਮ ਹੋ ਜਾਏ ਤਾਂ ਹਥਿਆਰ ਨੂੰ ਹੱਥ ਪਾਉਣਾ ਜਾਇਜ਼ ਹੈ। ਤੇ ਪਰ ਸਾਡੀ ਕੌਮ ਦਾ ਅੱਜ ਜ਼ੋਰ ਚਿਮਟੇ ਵਜਾਉਣ ਤੇ, ਢੋਲਕੀਆਂ ਛਾਣੇ ਵਜਾਉਣ ਤੇ ਵਾਹਿਗੁਰੂ ਵਾਹਿਗੁਰੂ ਕਰਦੇ। ਇੱਥੇ ਮਿਲੀਅਨ ਪੌਂਡਾਂ ਦੇ ਗੁਰਦੁਆਰੇ, ਅਰਬਾਂ ਦੇ ਗੁਰਦੁਆਰੇ ਇੱਥੇ ਖੜ ਰਹੇ ਨੇ ਜਿਹੜੇ ਡੇਰਾਬਾਦ ਦੇ ਨਾਂ ਤੇ ਸਿਰਫ ਛਾਣੇ ਵਜਾ ਰਹੇ ਨੇ। ਤੇ ਉਹਨਾਂ ਦਾ ਮੇਨ ਮਕਸਦ, ਮੇਰੀ ਸੋਚ ਇਹ ਹੈ ਕਿ ਕੌਮ ਨੂੰ ਸਿਰਫ ਵਾਹਿਗੁਰੂ ਵੱਲ ਲਾ ਦਿਓ, ਚਿਮਟੇ ਖੜਕਾਉਣਾ ਲਾ ਦਿਓ ਤਾਂ ਕਿ ਇਹ ਸੰਤ ਬਣਾ ਦਿਓ, ਸਿਪਾਹੀ ਨਾ ਬਣ ਸਕਣ। ਪਰ ਸਾਨੂੰ ਲੋੜ ਹੈ, ਜੇ ਅਸੀਂ ਖਾਲਸਾ ਰਾਜ ਲੈਣਾ ਹੈ ਤੇ ਸੰਤ ਤੇ ਸਿਪਾਹੀ ਸਾਨੂੰ ਦੋਏ ਸੰਕਲਪ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਨੇ ਪੈਣੇ ਆ। ਉਹਦੇ ਬਿਨਾਂ ਸਾਨੂੰ ਖਾਲਸਾ ਰਾਜ ਨਹੀਂ ਮਿਲ ਸਕਦਾ। ਚਾਹੇ ਅਸੀਂ ਜੋ ਮਰਜ਼ੀ ਜਿੰਨੇ ਮਰਜ਼ੀ ਢੋਲਕੇ ਛਾਣੇ ਵਜਾ ਲਓ, ਨਹੀਂ ਬਣਨੀ ਗੱਲ। ਅਤੇ ਬਾਕੀ ਵੀਰ ਜੀ ਬਹੁਤ ਸੂਝਵਾਨ ਨੇ, ਇਹ ਦੱਸਣਗੇ ਕਿ ਇਹਦਾ ਸ਼ਾਰਟ ਦੇ ਵਿੱਚ ਤੁਸੀਂ ਦੱਸੋ। ਜੀ ਬਿਲਕੁਲ, ਥੈਂਕ ਯੂ ਕੈਪਟਨ ਸਾਹਿਬ ਜੀ। ਮੈਂ ਵਾਹਿਗੁਰੂ ਸਿਮਰਨ ਦੇ ਹੱਕ 'ਚ। ਜੀ ਜੀ। ਵਾਹਿਗੁਰੂ ਸਿਮਰਨ ਬਗੈਰ ਸਿੱਖ ਦਾ ਕੋਈ ਜੀਵਨ ਨਹੀਂ। ਕਿਉਂ ਨਹੀਂ? ਬਿਲਕੁਲ। ਜਿਹੜਾ ਪਾਪ ਪੁੰਨ, ਚੰਗੇ ਮਾੜੇ ਕਰਮ
ਉਹ ਬੰਦਾ ਆਪਣੇ ਤੌਰ ਤੇ ਫੈਸਲਾ ਕਰਕੇ ਚੰਗਾ ਨਹੀਂ ਬਣ ਸਕਦਾ। ਵਾਹਿਗੁਰੂ ਦੇ ਨਾਮ ਦਾ ਰਸ ਹੈ ਜਿਹੜਾ ਉਹ ਬੰਦੇ ਨੂੰ ਛੋਟੇ ਰਸਾਂ ਤੋਂ ਕੂੜੇ ਰਸਾਂ ਤੋਂ ਉੱਪਰ ਰੱਖਦਾ ਹੈ। ਸਿਮਰਨ ਦੀ ਵਿਧੀ ਬਾਰੇ ਉਹਦੇ ਨਾਲ ਦੂਜਾ ਇਤਿਹਾਸ ਇਹ ਹੈ ਕਿ ਵਾਹਿਗੁਰੂ ਸਿਮਰਨ ਕਰਨ ਵਾਲਿਆਂ ਨੇ ਹੀ ਪੰਥ ਲਈ ਹਥਿਆਰ ਚੱਕੇ ਆ, ਉਹਨਾਂ ਨੇ ਹੀ ਕੁਰਬਾਨੀਆਂ ਕੀਤੀਆਂ। ਪਰ ਭਾਈ ਸਾਹਿਬ ਦੀ ਗੱਲ ਇੱਕ ਤਰੀਕੇ ਨਾਲ ਠੀਕ ਹੈ, ਬਹੁਤ ਸਾਰੇ ਡੇਰੇ ਆ ਜਿਹੜੇ ਉਹ ਪੰਥ ਦੇ ਅੰਦਰੋਂ ਜਿਹੜੀ ਪੰਥ ਦੇ ਅੰਦਰੋਂ ਨਹੀਂ ਕਹਿਣਾ ਚਾਹੀਦਾ, ਸਿੱਖੀ ਦੀ ਰੂਹਾਨੀਅਤ ਦੇ ਅੰਦਰੋਂ ਜਿਹੜੀ ਇੱਕ ਸਿੱਖ ਦੀ ਸਮਾਜਿਕ ਸਿਆਸੀ ਜ਼ਿੰਮੇਵਾਰੀ ਹੈ, ਉਹ ਸਿਆਸੀ ਜ਼ਿੰਮੇਵਾਰੀ 'ਚ ਜਿਹੜਾ ਫੌਜੀ ਪੱਖ ਹੈ ਸਿਪਾਹੀ ਵਾਲਾ, ਉਹ ਵੀ ਲੋੜ ਪੈਣ ਤੇ ਉਹਦਾ ਹਿੱਸਾ ਬਣ ਸਕਦਾ ਹੈ। ਕੁਝ ਡੇਰੇਦਾਰ ਉਹਨੂੰ ਖਤਮ ਕਰ ਰਹੇ ਆ। ਉਹ ਡੇਰੇਦਾਰਾਂ ਨੂੰ ਜਾਂ ਤਾਂ ਗੁਰਮਤ ਦੀ ਸਮਝ ਨਹੀਂ, ਜਾਂ ਉਹ ਬੇਈਮਾਨ ਤੇ ਮਚਲੇ ਆ, ਆਪਣੀ ਉਹਨਾਂ ਨਾਲ ਕੋਈ ਸਹਿਮਤੀ ਨਹੀਂ। ਪਰ ਵਾਹਿਗੁਰੂ ਸਿਮਰਨ ਸਿੱਖ ਵਾਸਤੇ ਪਾਣੀ ਵਾਂਗੂ ਜ਼ਰੂਰੀ ਹੈ, ਉਹਦੇ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਬਿਲਕੁਲ। ਤੇਜਿੰਦਰ ਹੋਣਾ ਨੇ ਇੱਕ ਗੱਲ ਹੋਰ ਵੀ ਕੀਤੀ ਸੀ ਨਾ ਕਿ ਜਿਹੜੀ ਜ਼ਾਹਿਰ ਤੌਰ ਪਰ ਫੁੱਟ ਹੈ ਸਾਡੇ ਅੰਦਰ ਜਿਹੜੀ ਹੈ, ਮਤਲਬ ਅਹੁਦੇਦਾਰੀਆਂ ਕਰਕੇ, ਇੱਕ ਸਮਾਂ ਉਹ ਸਮਾਂ ਸੀ ਜਿਸ ਵਕਤ ਅਹੁਦੇਦਾਰੀਆਂ ਦਿੱਤੀਆਂ ਜਾਂਦੀਆਂ ਸਨ, ਨਵਾਬ ਕਪੂਰ ਸਿੰਘ ਵਰਗੇ ਹੱਥ ਜੋੜ ਕੇ ਕਹਿੰਦੇ ਸਨ ਅਸੀਂ ਲੈਣੀਆਂ ਨਹੀਂ। ਅੱਜ ਉਹੀ ਤੁਹਾਡੇ ਜਿਸ ਧਰਤੀ ਤੋਂ ਤੁਸੀਂ ਆਏ ਹੋ ਉੱਥੇ ਇੱਕਦਮ ਪੱਗਾਂ ਉਤਾਰੀਆਂ ਸਿਰਫ ਅਹੁਦੇਦਾਰੀ ਵਾਸਤੇ। ਜਿਹੜੀ ਇਹ ਵੀ ਕੈਪਟਨ ਸਾਹਿਬ ਦੀ ਗੱਲ, ਆਪਾਂ ਕਾਲ ਲੈ ਲੈਣੇ ਉਨੀ ਦੇਰ ਤੱਕ ਜੀ, ਕੋਈ ਗੱਲ ਕਰਨਾ ਚਾਹੋਗੇ? ਕਾਲ ਲਈਏ? ਹਾਂਜੀ ਜੀ ਜ਼ਰੂਰ। ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀਆਂ ਲੜਾਈਆਂ ਹੁੰਦੀਆਂ ਗੁਰੂ ਘਰਾਂ ਦੇ ਵਿੱਚ, ਜੀ ਉਹ ਬਿਮਾਰੀ ਦਾ ਇੱਕ ਲੱਛਣ ਮਾਤਰ ਹੈ। ਬਿਮਾਰੀ ਦੀ ਜੜ ਉਦੋਂ ਕਿਤੇ ਡੂੰਗੀ ਹੈ। ਜਿਵੇਂ ਕਿਸੇ ਨੂੰ ਕੈਂਸਰ ਹੋਇਆ ਹੋਵੇ, ਉਹਦੇ ਸਰੀਰ ਦੇ ਉੱਤੇ ਫੋੜੇ ਨਿਕਲੇ ਹੋਣ ਕੈਂਸਰ ਨਾਲ, ਆਪਾਂ ਉਹ ਫੋੜਿਆਂ ਦੇ ਉੱਤੇ ਮੱਲਮ ਲਾਈ ਜਾਈਏ, ਲਾਜ ਨਾ ਹੋਣਾ, ਉਹ ਇੱਕ ਫੋੜਾ ਦੂਰ ਹੋ ਜਾਊਗਾ, ਹੋਰ 10 ਹੋ ਜਾਣਗੇ। ਜਿਹੜੀਆਂ ਲੜਾਈਆਂ ਹੋ ਰਹੀਆਂ ਉਹਨਾਂ ਦਾ ਕਾਰਨ ਲੱਭਣ ਦੀ ਲੋੜ ਆ। ਉਹਨਾਂ ਦਾ ਕਾਰਨ ਕੀ ਹੈ? ਉਹਨਾਂ ਦਾ ਕਾਰਨ ਇਹ ਹੈ ਕਿ ਅਸੀਂ ਇੱਕ ਏਲੀਅਨ ਸਿਸਟਮ ਹੈ ਜਿਹੜਾ ਮੈਨੇਜਮੈਂਟ ਦਾ ਗੁਰੂ ਘਰਾਂ ਦੀ ਦਾ, ਉਹ ਪਹਿਲਾਂ ਤਾਂ ਅਡਾਪਟ ਕਰ ਲਿਆ। ਜੀ ਬਿਲਕੁਲ। ਜੇ ਤਾਂ ਸਿਸਟਮ ਸਾਡੀ ਪਰੰਪਰਾ ਦੇ ਵਿੱਚੋਂ ਨਿਕਲਿਆ ਹੁੰਦਾ, ਗੁਰੂ ਘਰਾਂ ਦਾ ਪ੍ਰਬੰਧ ਕਿਵੇਂ ਸੰਭਾਲਣਾ, ਫਿਰ ਤਾਂ ਇੰਨੀਆਂ ਸਮੱਸਿਆਵਾਂ ਨਹੀਂ ਸੀ ਆਉਣੀਆਂ। ਜਦੋਂ ਅਸੀਂ ਬਾਹਰੋਂ ਆਇਆ ਸਿਸਟਮ ਹੈ ਜਿਹੜਾ, ਉਹ ਸਾਡੇ ਸਿਧਾਂਤ ਨਾਲ ਵੀ ਕੰਪੈਟੀਬਲ ਨਹੀਂ, ਉਹਨੂੰ ਅਸੀਂ ਅੰਨ੍ਹੇਵਾਹ ਅਡਾਪਟ ਕਰ ਲਿਆ। ਲੜਾਈਆਂ ਦਾ ਸਿਰਫ ਉਹਦਾ ਲੱਛਣ ਹੈ, ਇੱਕ ਸਿਸਟਮ ਐਕਸੈਪਟ ਜਿਹੜਾ ਕੀਤਾ ਨਾ ਉਹ ਗਲਤ ਹੈ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ? ਜਗਵੀਰ ਜੀ, ਤੁਹਾਨੂੰ ਤੇ ਤੁਹਾਡੇ ਸਤਿਕਾਰਯੋਗ ਮਹਿਮਾਨਾਂ ਨੂੰ ਬਲਿਆਰ ਸਿੰਘ ਰੰਧਾਵਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਬਲਿਆਰ ਸਿੰਘ ਜੀ? ਮੈਂ ਜਿਹੜੀ ਤੁਸੀਂ ਗੱਲ ਕੀਤੀ ਆ ਜਗਵੀਰ ਜੀ, ਤੇ ਜਦੋਂ ਝਗੜਾ ਸ਼ੁਰੂ ਹੋਇਆ ਨਾ, ਜੀ ਸ਼ੁਰੂ ਦੇ ਵਿੱਚ ਮੈਂ ਇੰਡੀਆ ਦੇ ਵਿੱਚ ਜ਼ਿੰਮੇਵਾਰ ਬੰਦੇ ਨੂੰ ਫੋਨ ਲਾ ਕੇ ਪੁੱਛਿਆ, ਮੈਂ ਨਾਮ ਵੀ ਲੈ ਦਿੰਦਾ ਉਹਦਾ, ਪ੍ਰੋਫੈਸਰ ਇੰਦਰਜੀਤ ਸਿੰਘ ਗੋਗਵਾਣੀ ਨੂੰ। ਅੱਛਾ ਜੀ, ਠੀਕ ਹੈ। ਕਿਉਂਕਿ ਮੈਂ ਬਗੈਰ ਸਬੂਤ ਤੋਂ ਤੇ ਬਗੈਰ ਨਾਂ ਲੈ ਤੋਂ ਨਹੀਂ ਬੋਲਿਆ ਕਦੇ ਵੀ। ਠੀਕ ਹੈ ਜੀ, ਠੀਕ ਹੈ। ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਜਦੋਂ ਝਗੜਾ ਸ਼ੁਰੂ ਹੋਇਆ ਦੋ ਬੰਦਿਆਂ ਦਾ, ਮੈਂ ਦੋ ਬੰਦੇ ਕਿਹਾ ਕਿਉਂਕਿ ਜਦੋਂ ਝਗੜ ਪਿਆ ਤਾਂ ਉਹ ਬੰਦੇ ਰਹਿ ਗਿਆ। ਪਹਿਲਾਂ ਇੱਕ ਸਤਿਕਾਰਯੋਗ ਸੰਪਰਦਾ ਦਾ ਮੁਖੀ ਆ, ਉਹਦੇ ਨਾਲ ਵਿਸ਼ਲੇਸ਼ਣ ਲਾ ਸਕਦੇ ਹੋ, ਵਿਸ਼ੇਸ਼ਣ ਲਾ ਸਕਦੇ ਹੋ ਵਾਹਿਗੁਰੂ, ਠੀਕ ਹੈ। ਤੇ ਦੂਸਰਾ ਆਪਣੇ ਡੇਰੇ ਦਾ ਮੁਖੀ ਆ, ਤੁਸੀਂ ਉਹਦੇ ਨਾਲ ਵੀ ਵਿਸ਼ੇਸ਼ਣ ਲਾ ਸਕਦੇ ਹੋ। ਨਾਂ ਮੈਂ ਲੈ ਦਿੰਦਾ, ਉਹਦਾ ਨਾਂ ਆਪਣੇ ਹੈਗਾ ਆ ਸੰਤ ਰਣਜੀਤ ਸਿੰਘ ਤੇ ਦੂਜੇ ਗਿਆਨੀ ਹਰਨਾਮ ਸਿੰਘ ਜੀ ਧੁੰਮ ਜੀ। ਦੋਨੋਂ ਹੀ ਜਦੋਂ ਇਹਨਾਂ ਦਾ ਝਗੜਾ ਹੋਇਆ ਤੇ ਉਸ ਮੌਕੇ ਮੈਂ ਗੋਗਵਾਣੀ ਜੀ ਨੂੰ ਪੁੱਛਿਆ ਕਿ ਕੀ ਪੰਥ ਦੇ ਵਿੱਚ ਇੰਨੇ ਬੰਦੇ ਹੈ ਨਾ ਸੀ, ਕੋਈ ਇੰਨੀ ਅਥਾਰਟੀ ਹੈ ਨਾ ਸੀ, ਇਹਨਾਂ ਦੋ ਬੰਦਿਆਂ ਨੂੰ ਬਿਠਾ ਕੇ ਝਗੜਾ ਨਿਬੇੜ ਦਿੱਤਾ ਜਾਂਦਾ ਜੇ ਉਹਨੇ ਮੰਨਿਆ ਇਸ ਗੱਲ ਨੂੰ। ਦੂਸਰੀ ਗੱਲ ਤੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਨੈਸ਼ਨਲ ਤੌਰ ਤੇ ਗਿਆਨੀ ਹਰਨਾਮ ਸਿੰਘ ਜੀ ਧੁੰਮਾ, ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਤੇ ਸਾਰੇ ਪੰਥਕ ਵਿਦਵਾਨ ਇਕੱਠੇ ਹੁੰਦੇ ਆ, ਇਹ ਗੋਗਵਾਣੀ ਆਪ ਵੀ ਬੋਲੇ ਸੀ ਉਸ ਕਾਨਫਰੰਸ ਦੇ ਵਿੱਚ। ਉਹਦੇ ਤੇ ਇਹਨਾਂ ਤੋਂ ਪਹਿਲਾਂ ਡਾਕਟਰ ਅਨੁਰਾਗ ਸਿੰਘ ਨੇ ਇੱਕ ਸਪੀਚ ਕੀਤੀ ਸੀ ਆਪਣੀ 25 ਮਿੰਟ ਦੀ। ਜੀ ਉਹਦੇ ਵਿੱਚ ਬਕਾਇਦਾ ਤੌਰ ਤੇ ਪੰਥ ਨੂੰ ਦੋ ਥਾਂ ਹੀ ਵੰਡਿਆ ਉਹਨੇ। ਮੈਂ ਗੋਗਵਾਣੀ ਸਾਹਿਬ ਨੂੰ ਪੁੱਛਿਆ ਕਿ ਕੀ ਤੁਹਾਨੂੰ ਉਹ ਸਪੀਚ ਹਾਜ਼ਮ ਹੋ ਗਈ ਸੀ?
ਉਹ ਚੁੱਪ ਕਰ ਗਿਆ, ਕਹਿੰਦੇ ਏਦਾਂ ਗੱਲ ਕਰਨੀ ਨਹੀਂ ਸੀ ਚਾਹੀਦੀ। ਮੈਂ ਉਸੇ ਜਿਸ ਚੈਨਲ ਉੱਤੇ ਉਹਦੀ ਸਪੀਚ ਲੱਗੀ ਸੀ, ਮੈਂ ਉਸੇ ਚੈਨਲ ਤੇ ਨਾਂ ਲੈ ਕੇ ਕਿਹਾ ਸੀ ਕਿ ਅੱਜ ਤੱਕ ਪੰਥ ਦੇ ਵਿੱਚ ਇਤਿਹਾਸਕਾਰ ਬੈਠੇ ਨੇ, ਜਿੰਨਾ ਕਿ ਮੈਨੂੰ ਨੌਲੇਜ ਆ, ਅੱਜ ਤੱਕ ਸ੍ਰੀ ਆਪਣੇ ਅੰਮ੍ਰਿਤਸਰ ਦੇ ਵਿੱਚ ਕਿਸੇ ਨੇ ਵੀ ਇਹ ਗੱਲ ਨਿਖੇੜ ਕੇ ਨਹੀਂ ਕਹੀ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅਧਿਕਾਰ ਆ ਦਸਮ ਗ੍ਰੰਥ ਦਾ ਤੇ ਸੱਚਖੰਡ ਦਰਬਾਰ ਸਾਹਿਬ ਉੱਤੇ ਅਧਿਕਾਰ ਆ ਗੁਰੂ ਗ੍ਰੰਥ ਸਾਹਿਬ ਜੀ ਦਾ। ਦਸਮ ਗ੍ਰੰਥ ਹੈਗਾ ਆ ਖਾਲਸਾ ਪੰਥ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਹੈਗਾ ਆ ਨਿਰਮਲਿਆਂ ਲਈ, ਉਦਾਸੀਆਂ ਲਈ ਤੇ ਬਾਕੀਆਂ ਲਈ। ਇਹ ਗੱਲ ਤੁਹਾਡੇ ਚੈਨਲ ਤੇ ਚੱਲੀ ਆ ਜਗਵੀਰ ਜੀ, 2 ਦਿਨ ਚੱਲੀ ਉਹਦੀ ਇਹ ਸਪੀਚ, ਤੇ ਗੋਗਵਾਣੀ ਉਦੋਂ ਬਾਅਦ ਬੋਲੇ ਆ। ਮੈਂ ਪੁੱਛਿਆ ਗੋਗਵਾਣੀ ਨੂੰ ਤੇ ਕੀ ਇਹ ਗੱਲ ਸਹੀ ਸੀ? ਅੱਜ ਤੱਕ ਮੇਰੀ ਨੌਲੇਜ ਵਿੱਚ ਹੈ ਨਹੀਂ ਤੇ ਕਿਸੇ ਨੇ ਇਹ ਗੱਲ ਪੰਥ ਵਿੱਚ ਪਿਛਲੇ 300 ਸਾਲ ਚ ਕਹੀ ਹੋਵੇ। ਜੇ ਕਹੀ ਹੋਵੇ ਤਾਂ ਇਤਿਹਾਸਕਾਰ ਬੈਠੇ ਆ, ਤੁਸੀਂ ਦਰੁਸਤ ਕਰ ਦੇਣਾ। ਮੈਂ ਹੱਥ ਜੋੜ ਕੇ ਗੱਲ 'ਚ ਪਾਣਾ ਪਾ ਕੇ ਪੰਥ ਤੋਂ ਮਾਫੀ ਮੰਗ ਲਊਂਗਾ ਜੇ ਕਿਸੇ ਨੇ ਕਹੀ ਆ, ਤੇ ਮੇਰੇ ਆਪਣੇ ਹਿਸਾਬ ਨਾਲ ਇਹ ਗੱਲ ਨਵੀਂ ਹੋਈ ਆ ਔਰ ਰਿਕਾਰਡਡ ਆ। ਤੁਹਾਡੇ ਚੈਨਲ ਉੱਤੇ ਚੱਲੀ ਉਹਦੀ ਸਪੀਚ ਡਾਕਟਰ ਅਨੁਰਾਗ ਸਿੰਘ ਦੀ, ਔਰ ਇਹ ਸਾਰੇ ਮੌਜੂਦ ਸੀ ਤੇ ਆਪਣੇ ਬੰਦੇ ਜਿਹੜੇ ਮੈਂ ਨਾਲ ਲਏ ਆ। ਤੇ ਹੁਣ ਮੈਂ ਤਾਂ ਕਿ ਨਾ ਕੋਈ ਕਹਿਣ ਵਾਲਾ ਹੈ ਨਹੀਂ, ਮੈਂ ਨਿਮਰਤਾ ਸਹਿਤ ਗੱਲ 'ਚ ਪਰਨਾ ਪਾ ਕੇ ਗੱਲ ਕਹੀ ਆ, ਮੈਂ ਕੋਈ ਅਧਿਕਾਰੀ ਹੋ ਕੇ ਨਹੀਂ ਕਹੀ। ਅੱਜ ਗੱਲ ਪੁੱਛਣ ਵਾਲੇ ਸਾਡੇ ਨਾ ਸ੍ਰੀ ਅਕਾਲ ਤਖਤ ਦੇ ਜਥੇਦਾਰ, ਨਾ ਕੋਈ ਐਸਜੀਪੀ ਸੀ, ਨਾ ਕੋਈ ਹੋਰ ਧਿਰ। ਉੱਥੇ 2 ਬੰਦਿਆਂ ਦੀ ਲੜਾਈ, ਅੱਜ ਪੰਥ ਦੇ 2 ਖੇਮੇ ਬਣਾ ਦਿੱਤੇ। ਜੇ ਅਸੀਂ ਗੱਲ ਪੁੱਛਣ ਲਈ ਸਮੇਂ ਸਿਰ ਬੋਲ ਪਈਏ ਤਾਂ ਸ਼ਾਇਦ ਗੱਲ ਇੱਥੇ ਤੇ ਨਾ ਆਉਂਦੀ। ਇੰਨੀਆਂ ਗੱਲਾਂ ਮੈਂ ਤੁਹਾਡਾ ਸਮਾਂ ਲਿਆ, ਵਿਦਵਾਨ ਬੈਠੇ ਆ। ਜਿਹੜੀ ਗੱਲ ਮੈਂ ਕਹੀ ਆ ਕੀ ਪੰਥ ਦੇ ਵਿੱਚ ਇਹ ਗੱਲ ਅੱਗੇ ਕਹੀ ਗਈ ਆ, ਜੇ ਕਹੀ ਗਈ ਆ ਤੇ ਫਿਰ ਮੈਂ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਤੇ ਮੈਂ ਲੜੀਏ ਸ਼ੋਭਦਾਇਰ ਬਲਿਹਾਰ ਸਿੰਘ ਹੁਣੀ ਮੇਰੇ ਨਾਲ ਲੜਨ ਤੱਕ ਕੁਝ ਸਮਝ ਵੀ ਲੱਗਦੀ ਗੱਲ, ਪਰ 2 ਉੱਚ ਪੱਧਰੀ ਸ਼ਖਸੀਅਤਾਂ ਜਦੋਂ ਆਪਸ ਦੇ ਵਿੱਚ ਲੜ ਪਣ ਤਾਂ ਫਿਰ ਕੌਮ ਕਿੱਧਰ ਨੂੰ ਜਾਏ? ਕੌਮ ਵੀ ਤਾਂ ਉਸ ਵਕਤ ਫਿਰ ਮਿਸਗਾਈਡ ਹੋ ਸਕਦੀ ਹੈ। ਬਲਿਹਾਰ ਸਿੰਘ ਹੁਣਾਂ ਨੇ ਜਿਹੜੀ ਗੱਲ ਕਹੀ ਉਹਦਾ ਕੀ ਤੁਸੀਂ ਜਵਾਬ ਦਿਓਗੇ? ਜਿਹੜੀ ਉਹਦੇ ਮਗਰ ਨਹੀਂ ਜਾਣਾ ਚਾਹੀਦਾ। ਨਹੀਂ, ਜਿਹੜੀ ਦੂਸਰੀ ਗੱਲ ਉਹਨਾਂ ਨੇ ਅਨੁਰਾਗ ਸਿੰਘ ਸਾਹਿਬ ਨੇ, ਮੈਂ ਉਹਦੇ ਵੱਲ ਵੀ ਆਉਣਾ ਜੀ। ਸ਼ਖਸੀਅਤਾਂ ਕੋਈ ਨਾ ਕੋਈ ਲੜਨ ਵਾਲੀਆਂ ਸਾਹਮਣੇ ਆਉਂਦੀਆਂ ਰਹਿਣਗੀਆਂ। ਜਿਹੜੇ ਅੰਡਰਲਾਈਨ ਕਾਰਨ ਆ ਨਾ, ਉਹ 2 ਆ ਇਹਦੇ ਚ ਜੀ। ਇੱਕ ਤਾਂ ਇਹ ਆ ਵੀ ਜਿਹੜੇ ਵਿਚਾਰਧਾਰਕ ਮਸਲੇ ਆ ਉਹ ਨਜਿੱਠਣੇ ਚਾਹੀਦੇ ਆ। ਆਧੁਨਿਕਤਾ ਨੂੰ ਰੱਬ ਨਾ ਮੰਨੋ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨੋ, ਉਹ ਚੋਂ ਸੇਧ ਲਓ। ਬ੍ਰਾਹਮਣਵਾਦ ਦੇ ਆਧਾਰ ਤੇ ਗੁਰਬਾਣੀ ਦੀ ਵਿਆਖਿਆ ਨਹੀਂ ਕਰਨੀ ਚਾਹੀਦੀ, ਗੁਰਬਾਣੀ ਦੇ ਆਧਾਰ ਤੇ ਗੁਰਬਾਣੀ ਦੀ ਵਿਆਖਿਆ ਕਰਨੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਵੱਧ ਤੋਂ ਵੱਧ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਸਪੋਰਟ ਲਓ। ਜਿਹੜੀ ਦੂਜੀ ਗੱਲ ਆ ਉਹ ਬੜੀ ਸਿੱਧੀ ਗੱਲ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੇ ਖਾਲਸਾ ਪੰਥ ਦੇ ਗੁਰੂ ਤਾਂ ਹੈ, ਪਰ ਕੁੱਲ ਲੁਕਾਈ ਉਹਨਾਂ ਤੋਂ ਸੇਧ ਲੈ ਸਕਦੀ ਹੈ। ਕੁੱਲ ਲੁਕਾਈ ਨੂੰ ਸਿੱਖ ਬਣਨ ਦਾ ਵੀ ਹੱਕ ਹੈ ਜੇ ਉਹਨਾਂ ਦੀ ਇੱਛਾ ਹੋਵੇ। ਸੋ ਜਿਹੜਾ ਮੈਸੇਜ ਹੈ ਉਹ ਸਿੱਖਾਂ ਵਾਸਤੇ, ਸਿੱਖਾਂ ਦੇ ਸਾਡੇ ਉਹ ਗੁਰੂ ਸਾਹਿਬਾਨ ਆ, ਗੁਰੂ ਸਾਹਿਬ ਆ, ਉਹਦੇ 'ਚ ਕੋਈ ਸ਼ੱਕ ਨਹੀਂ। ਪਰ ਜਿਹੜਾ ਇਸ ਤਰ੍ਹਾਂ ਦੀ ਕੋਈ ਦੁਬਿਧਾ ਨਹੀਂ ਗੀ। ਜਿਹੜੀ ਅੰਮ੍ਰਿਤ ਦੀਆਂ ਬਾਣੀਆਂ 5, ਉਹਦੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਬਾਣੀਆਂ ਜੀ, ਜਪਜੀ ਸਾਹਿਬ, ਆਨੰਦ ਸਾਹਿਬ ਜੀ, ਤੇ 10ਵੇਂ ਪਾਤਸ਼ਾਹ ਦੀਆਂ ਬਾਣੀਆਂ, ਜਾਪ ਸਾਹਿਬ, ਤਖਤ ਪ੍ਰਸਾਦ ਸਵਈਏ, ਕਬੇ ਬਾਜ ਬੇਨਤੀ ਚੌਪਈ ਜੀ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਬਾਣੀਆਂ। ਸੋ ਉਹ ਅੰਮ੍ਰਿਤ ਦੀਆਂ ਬਾਣੀਆਂ ਹੀ ਦੱਸਦੀਆਂ ਬਈ ਦੋਨਾਂ ਗ੍ਰੰਥ ਜਿਹੜੀਆਂ ਇਹ ਗ੍ਰੰਥ ਕਿਹਦਾ, ਇਹ ਗ੍ਰੰਥ ਕਿਹਦਾ, ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਗੀ। ਸੋ ਉਹ ਜਿਹੜਾ ਇਹ ਨਹੀਂ ਕੋਈ ਮਸਲੇ। ਸਾਨੂੰ ਸ਼ਖਸੀਅਤਾਂ ਤੇ ਫੋਕਸ ਨਹੀਂ ਕਰਨਾ ਚਾਹੀਦਾ। ਸਾਨੂੰ ਜਿਹੜੇ ਬਖੇੜੇ ਆ ਨਾ, ਇਹ ਅੰਦਰੇ ਅੰਦਰ ਤੁਰੇ ਆਉਂਦੇ ਸੀ, ਪਰ ਪੰਥ ਦੇ ਵਿੱਚ ਇੱਕ ਸੱਭਿਆਚਾਰ ਸੀ। ਬਖੇੜਿਆਂ ਨੂੰ ਤੂਲ ਨਹੀਂ ਸੀ ਦਿੱਤੀ ਜਾਂਦੀ। ਅੰਦਰੇ ਅੰਦਰ ਉਹ ਗੱਲਾਂ ਦੇ ਬੈਲੈਂਸ ਬਣੇ ਸੀ। ਡਿਫਰੈਂਸਿਸ ਜਿਹੜੇ ਆ ਉਹਨਾਂ ਦੀ ਰਿਸਪੈਕਟ ਕਰਨ ਦਾ ਸੱਭਿਆਚਾਰ ਸੀ। ਡਿਸਐਗਰੀ ਹੋ ਕੇ ਇੱਕ ਦੂਜੇ ਦੇ ਨਾਲ ਚੱਲਣ ਦਾ ਸੱਭਿਆਚਾਰ ਸੀ। ਲੋਕ ਮਿਲਦੇ ਸੀ, ਵਰਤਦੇ ਸੀ, ਵਿਚਾਰਾਂ ਦੇ ਮਤਭੇਦ ਵੀ ਰੱਖਦੇ ਸੀ। ਜਿਵੇਂ ਅਕਾਲੀ ਕੌਰ ਸਿੰਘ, ਨਿਹੰਗ ਸਿੰਘ ਸੀ, ਉਹ ਮੀਟ ਖਾਂਦੇ ਸੀ, ਪਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ, ਉਹ ਉਹਨਾਂ ਨੂੰ ਬ੍ਰਹਮ ਗਿਆਨੀ ਮੰਨਦੇ ਸੀ। ਸੋ ਭਾਈ ਸਾਹਿਬ ਭਾਈ ਰਣਧੀਰ ਸਿੰਘ ਮੀਟ ਖਾਣ ਦੇ ਬਿਲਕੁਲ ਖਿਲਾਫ ਸੀ। ਲਾਈਕ ਕਿਸੇ ਵੀ ਹਾਲਤ 'ਚ, ਨਾ ਐਮਰਜੈਂਸੀ, ਨਾ ਕਿਸੇ ਵੀ ਹਾਲਤ 'ਚ ਸਿੱਖ ਜਿਹੜਾ ਉਹ ਮਾਸ ਨਹੀਂ ਖਾ ਸਕਦਾ। ਅਕਾਲੀ ਕੌਰ ਸਿੰਘ ਖਾਂਦੇ ਸੀ, ਪਰ ਉਹਨਾਂ ਨੂੰ ਅਕਾਲੀ ਕੌਰ ਸਿੰਘ ਦੀ ਆਤਮਿਕ ਅਵਸਥਾ ਤੇ ਕੋਈ ਕਿੰਤੂ ਨਹੀਂ ਸੀ। ਸੋ ਮਤਭੇਦ ਹੈਗੇ ਆ, ਪਰ ਮਤਭੇਦਾਂ ਨਾਲ ਨੂੰ ਜਿਹੜਾ ਨਜਿੱਠਣਾ ਉਹਦਾ ਇੱਕ ਸੱਭਿਆਚਾਰ ਸੀ। ਹੁਣ ਜਿਹੜਾ ਹੋਇਆ
ਜਿਹੜੇ ਪਿਛਲੇ ਦੌਰ 'ਚ ਅਸੀਂ ਜਿਹੜੇ ਵਿਵਾਦ ਵੇਖੇ ਆ ਉਹ 'ਚ ਅਸੀਂ ਇਹ ਵੇਖਿਆ ਵੀ ਅਸੀਂ ਜਿਹੜੇ ਮਤਭੇਦਾਂ ਨਾਲ ਡੀਲ ਕਰਨ ਦਾ ਜਿਹੜਾ ਸੱਭਿਆਚਾਰ ਹੈ ਉਹਦੇ 'ਚ ਨਿਘਾਰ ਆਇਆ। ਜਿਹੜੇ ਪ੍ਰਚਾਰਕ ਹੈ ਉਹ ਸੱਭਿਆਚਾਰ ਤਾਂ ਰਿਹਾ ਹੀ ਨਹੀਂ। ਹਾਂਜੀ, ਜਿਹੜਾ ਡਾਇਲੌਗ ਦਾ ਇੱਕ ਬਹੁਤ ਸੁਚੱਜਾ ਤੇ ਉਸਾਰੂ ਸੱਭਿਆਚਾਰ ਹੈ ਉਹ ਜਿਹੜਾ ਕੌਮ ਦੇ ਵਿੱਚ ਕਿਸੇ ਵੇਲੇ ਹੁੰਦਾ ਸੀ। ਜਿਵੇਂ ਇੱਕ ਅੰਗਰੇਜ਼ ਯਾਤਰੂ ਨੇ, ਮੇਰੇ ਕੋਲ ਫੌਸਟਰ ਦੀ ਕਿਤਾਬ ਸੀ, ਉਹਨੇ ਲਿਖਿਆ ਸੀ ਕਿ ਜਦੋਂ ਜਿਹੜੀਆਂ ਸਿੱਖਾਂ ਦੀਆਂ ਮੀਟਿੰਗਾਂ ਹੁੰਦੀਆਂ ਸੀ ਆਪਸ 'ਚ, ਸਿੱਖਾਂ 'ਚ ਕੋਈ ਕਲਾਸ ਨਹੀਂ ਸੀ ਹੁੰਦੀ ਵੀ ਆਹ ਜਨਰਲਸ ਦੀ ਕਲਾਸ ਹੈ ਤੇ ਆਹ ਸੋਲਜਰਸ ਦੀ ਹੈ। ਉਹ ਕਹਿੰਦਾ ਇਹਨਾਂ 'ਚ ਅਜੀਬ ਕਿਸਮ ਦੀ ਡੈਮੋਕ੍ਰੇਸੀ ਹੈ। ਸੋਲਜਰ ਕਦੇ ਵੀ ਜਨਰਲ ਬਣ ਸਕਦਾ ਤੇ ਜਨਰਲ ਸੋਲਜਰ ਬਣ ਸਕਦਾ ਤੇ ਇਹਨਾਂ ਦੇ ਸਾਰੇ ਫੈਸਲੇ ਆ ਜਿਹੜੇ ਉਹ ਸਰਬਸੰਮਤੀ ਨਾਲ ਹੁੰਦੇ ਆ। ਸਾਰੇ ਫੈਸਲੇ ਸਰਬਸੰਮਤੀ ਨਾਲ ਉਦੋਂ ਹੀ ਹੋ ਸਕਦੇ ਆ ਜਦੋਂ ਮਤਭੇਦਾਂ ਦੇ ਬਾਵਜੂਦ ਅਸੀਂ ਇੱਕ ਦੂਜੇ ਦਾ ਸਤਿਕਾਰ ਵੀ ਕਰਦੇ ਆ ਤੇ ਡਾਇਲੌਗ ਦਾ ਸੱਭਿਆਚਾਰ ਵੀ। ਸਤਿਗੁਰ ਨੇ ਗੁਰੂ ਚੇਲੇ ਵਾਲਾ ਕਨਸੈਪਟ ਦੇ ਹੀ ਦਿੱਤਾ ਨਾ ਆਪਣੇ ਗੁਰੂ ਚੇਲਾ ਜੀ। ਸ਼ਾਰਟਸ ਗੱਲ ਕਰਿਓ ਕਿਉਂਕਿ ਸਾਡੇ ਕੋਲ ਟਾਈਮ ਬਹੁਤ ਘੱਟ ਹੈ। ਵੀਰ ਜੀ ਕੌਣ ਬੋਲਦੇ ਹੋ ਆਪ ਜੀ? ਖਾਲਸਾ ਜੀ ਸਿੰਘ ਬੋਲਦਾ। ਹਾਂਜੀ ਹਾਂਜੀ, ਮੈਂ ਗੁਰਪ੍ਰੀਤ ਸਿੰਘ ਬੋਲਦਾ ਜੀ। ਗੁਰਪ੍ਰੀਤ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ? ਕਹੂੰਗਾ ਕਿ ਜਿਹੜੇ ਆਪਾਂ ਅੱਜ ਗੱਲ ਕਰਦੇ ਹਾਂ ਕਿ ਆਪਾਂ ਇਸ ਹਾਲਾਤ ਕਿਉਂ ਹੈ ਜਾਂ ਨਹੀਂ ਕਿਉਂ ਵੀ ਹੈ, ਠੀਕ ਹੈ ਨਾ, ਉਹ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਉਹਦਾ ਇੱਕੋ ਕਾਰਨ ਹੈ ਕਿ ਅੱਜ ਜਿਹੜੇ ਸਿੱਖ ਨੇ ਨਾ, ਸਿੱਖ ਉਹ ਸਿੱਖੀ ਦੇ ਬੇਸਿਕਸ ਤੋਂ ਦੂਰ ਹੋ ਗਏ ਨੇ। ਜੇ ਆਪਾਂ ਦੇਖੀਏ ਸੰਤ ਜਰਨੈਲ ਸਿੰਘ ਜੀ ਨੇ ਵੀ ਜੇ ਉਹਨਾਂ ਨੇ ਕੀਤਾ ਠੀਕ ਹੈ ਆਪਣੀ ਸਾਰੀ ਕੌਮ ਇੱਕ ਕੀਤੀ ਤਾਂ ਉਹਨਾਂ ਨੇ ਕਿਵੇਂ ਕੀਤੀ? ਉਹਨਾਂ ਨੇ ਸਿੱਖਾਂ ਜੀ ਹੈਲੋ ਕੱਟਿਆ ਗਿਆ ਜੀ, ਮੇਰੇ ਕੋਲ ਕਾਲ ਡ੍ਰੌਪ ਹੋ ਗਈ। ਚਲੋ ਠੀਕ ਹੈ, ਕੋਈ ਗੱਲ ਨਹੀਂ। ਬੇਸਿਕਲੀ ਜਿਹੜੀ ਉਹ ਗੱਲ ਕਰ ਰਹੇ ਸਨ, ਆਪਾਂ ਹੁਣ ਇਸ ਗੱਲ ਨੂੰ ਸਮੇਟ ਲਈਏ ਕਿਉਂਕਿ ਸਾਡੇ ਪਾਸ ਸਿਰਫ 4 ਮਿੰਟ ਦਾ ਸਮਾਂ ਬਾਕੀ ਹੈ। ਤਾਂ ਮੈਂ ਚਾਹਾਂਗਾ ਕਿ ਤੁਸੀਂ 2-2 ਮਿੰਟ ਦੋਨੋਂ ਵੀਰ ਆਪਣਾ ਸਮਾਂ ਲੈ ਕੇ ਤਾਂ ਕਿ ਇਸ ਗੱਲ ਨੂੰ ਆਪਾਂ ਸਮੇਟ ਦਈਏ ਔਰ ਫਿਰ ਜਿਹੜੇ ਸਾਡੇ ਵਿਊਅਰਸ ਨੇ ਉਹ ਵੀ ਜਾਣ ਸਕਣ ਕਿ ਆਪਾਂ ਕਿਸ ਮੁਕਾਮ ਤੇ ਅੱਜ ਪਹੁੰਚੇ। ਹਾਂਜੀ ਜੀ ਦੇਖੋ ਜੀ, ਇੱਕ ਗੱਲ ਤਾਂ ਮੈਂ ਇਹ ਕਹਿਣੀ ਚਾਹਣਾ ਜੀ ਕਿ ਜਦੋਂ ਕੋਈ ਸਮੱਸਿਆ ਜਿਹੜੀ ਉਹ ਵੱਧ ਜਾਵੇ ਜੀ ਬਿਲਕੁਲ ਉਹਦਾ ਫਿਰ ਇੱਕ ਇਮੀਡੀਏਟ ਹੱਲ ਜਿਹੜਾ ਉਹਦਾ ਉਹ ਸੰਭਵ ਨਹੀਂ ਹੁੰਦਾ। ਠੀਕ ਹੈ, ਉਹਦਾ ਫਿਰ ਲੌਂਗ ਟਰਮ ਹੱਲ ਕਰਨਾ ਪੈਂਦਾ। ਠੀਕ ਹੈ। ਜਿਹੜੀ ਅੱਜ ਪੰਥ ਦੀ ਸਭ ਤੋਂ ਵੱਡੀ ਸਮੱਸਿਆ ਵਾ ਉਹ ਕਿਸੇ ਦੋ ਸ਼ਖਸੀਅਤਾਂ ਦਾ ਕਲੈਸ਼ ਨਹੀਂ ਜੀ, ਕਿਸੇ ਦੋ ਗਰੁੱਪਾਂ ਦਾ ਕਲੈਸ਼ ਨਹੀਂ। ਉਹ ਸਮੱਸਿਆ ਦੀ ਜੜ ਇਹ ਹੈ ਕਿ ਸਿੱਖਾਂ ਦਾ ਐਜ਼ ਅ ਕਮਿਊਨਿਟੀ ਮੈਚਿਓਰਿਟੀ ਦਾ ਲੈਵਲ ਹੈ ਜਿਹੜਾ ਉਹ ਡਾਊਨ ਥੱਲੇ ਆ ਗਿਆ। ਹਾਂਜੀ ਠੀਕ ਹੈ। 84 ਦੇ ਵਿੱਚ ਵੇਖਿਆ ਜਾਵੇ, ਈਵਨ ਸਾਰੀ ਮੂਵਮੈਂਟ ਦੇ ਦੌਰਾਨ ਵੇਖਿਆ ਜਾਵੇ, ਮੈਚਿਓਰਿਟੀ ਦਾ ਲੈਵਲ ਹੈ ਜਿਹੜਾ ਅੱਜ ਨਾਲੋਂ ਬਹੁਤ ਉੱਪਰ ਸੀ। ਉਦੋਂ ਪਿੱਛੇ ਚਲੇ ਜਾਓ ਉਦੋਂ ਉੱਪਰ ਸੀ। ਜੇ ਹੁਣ ਆਉਣ ਵਾਲੇ ਵਕਤ ਵਿੱਚ ਹੋਰ ਡਾਊਨ ਆਏਗਾ। ਦੇਖੋ, ਜੇ ਟ੍ਰੈਂਡ ਹੈ ਜਿਹੜਾ ਕੋਈ ਵੀ ਹਮੇਸ਼ਾ ਵਾਸਤੇ ਇਸ ਤਰੀਕੇ ਨਾਲ ਨਹੀਂ ਚੱਲਦਾ ਹੁੰਦਾ। ਜਿਹੜੀ ਇਤਿਹਾਸ ਦੀ ਜਿਹੜੀ ਉਹ ਹੈ ਗਤੀ ਹੈ ਜਿਹੜੀ ਉਹਦੇ ਚ ਉਤਰਾ ਚੜਾਅ ਆਉਂਦੀ ਹੈ। ਸੋ ਟ੍ਰੈਂਡ ਜਿਹੜੇ ਉਹ ਰਿਵਰਸ ਵੀ ਹੋ ਜਾਂਦੇ ਆ। ਸੋ ਮੈਚਿਓਰਿਟੀ ਹੈ ਜਿਹੜੀ, ਜੇ ਅਸੀਂ ਇਹੋ ਜਿਹੇ ਕੰਮ ਕਰਾਂਗੇ, ਸਿੱਖ ਸੰਸਥਾਵਾਂ ਜਿਹੜੀਆਂ ਉਹ ਇਹੋ ਜਿਹੇ ਇਨੀਸ਼ੀਏਟਿਵ ਲੈਣਗੀਆਂ ਜਿਨ੍ਹਾਂ ਨਾਲ ਮੈਚਿਓਰਿਟੀ ਵਧੇ, ਇਹੋ ਜਿਹੇ ਫੋਰਮ ਬਣ ਜਿਨ੍ਹਾਂ ਦੇ ਉੱਤੇ ਸੈਂਸੀਬਲ ਡਿਬੇਟ ਹੋਵੇ ਤੇ ਸੰਗਤ ਹੈ ਜਿਹੜੀ ਉਹ ਜੱਜ ਬਣ ਕੇ ਫੈਸਲਾ ਕਰੇ ਕਿ ਕਿਹੜੀ ਗੱਲ ਠੀਕ ਹੈ ਕਿਹੜੀ ਗੱਲ ਗਲਤ ਹੈ। ਜਿੰਨਾ ਚਿਰ ਉਹ ਖੁਦ ਦੋ ਫਾੜ ਹੋ ਜਾਂਦੀ ਹੈ। ਦੇਖੋ, ਇੱਕ ਕ੍ਰਾਈਸਿਸ ਆਫ ਅਥਾਰਟੀ ਹੈ ਕਿਉਂਕਿ ਅਥਾਰਟੀ ਕੋਈ ਰਹੀ ਨਹੀਂ। ਹਰ ਕੋਈ ਹੈ ਜਿਹੜਾ ਉਹ ਆਪਣੀ ਗੱਲ ਕਹੀ ਜਾਂਦਾ, ਹਰ ਕੋਈ ਆਪਣੀ ਗੱਲ ਕਹੀ ਜਾਂਦਾ ਔਰ ਮੈਂ ਠੀਕ ਹਾਂ। ਇਹ ਹਾਂਜੀ, ਤੇ ਉਹਨਾਂ ਨੂੰ ਲੱਗਦਾ ਵੀ ਉਹੀ ਠੀਕ ਹੈ। ਜਿੰਨਾ ਚਿਰ ਕੋਈ ਅਥਾਰਟੀ ਤੋਂ ਬਿਨਾਂ ਜਿਹੜਾ ਉਹ ਅਨਾਰਕੀ ਫੈਲ ਜਾਂਦੀ ਹੈ। ਤੁਸੀਂ ਦੇਖੋ ਵੀ ਸੁਸਾਇਟੀ ਦੇ ਵਿੱਚ ਜੇ ਅਦਾਲਤਾਂ ਨਾ ਹੋਣ, ਭਾਵੇਂ ਕਿ ਅਦਾਲਤਾਂ ਪੂਰਨ ਇਨਸਾਫ ਨਹੀਂ ਦਿੰਦੀਆਂ, ਪਰ ਵੱਡੀ ਅਥਾਰਟੀ ਹੈ ਅਕਾਲ ਤਖਤ ਸਾਹਿਬ, ਪਰ ਉਸ ਦਾ ਦੇਖੋ ਅਕਾਲ ਤਖਤ ਜਿਹੜੀ ਰਾਜਨੀਤਿਕ ਗੁਲਾਮੀ ਹੋਣ ਕਰਕੇ, ਜੀ ਜੀ, ਸਿੱਖਾਂ ਦੀ ਰਾਜਨੀਤਿਕ ਗੁਲਾਮੀ ਕਰਕੇ ਅਕਾਲ ਤਖਤ ਸਾਹਿਬ ਦੀ ਫੰਕਸ਼ਨਿੰਗ ਹੈ ਜਿਹੜੀ ਜਿਵੇਂ ਹੋਣੀ ਚਾਹੀਦੀ ਹੈ ਉਵੇਂ ਨਹੀਂ ਹੋ ਰਹੀ ਨਾ। ਉਹਦੇ ਕਰਕੇ ਹੋਰ ਕੋਈ ਅਥਾਰਟੀ ਰਹੀ ਨਹੀਂ ਕੀ। ਬਿਲਕੁਲ 84 ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇੱਕ ਕਿਸਮ ਦੀ ਅਥਾਰਟੀ ਉਹ ਰੱਖਦੇ ਸੀ, ਸਾਰੇ ਉਹਨਾਂ ਦਾ ਸਤਿਕਾਰ ਵੀ ਇਸ ਤਰੀਕੇ ਨਾਲ ਕਰਦੇ ਸੀ। ਇਸੇ ਕਰਕੇ ਆਮ ਸਿੱਖ ਉਹਨਾਂ ਕੋਲੇ ਆਪਦੇ ਝਗੜੇ ਲੈ ਕੇ ਜਾਂਦੇ ਸੀ ਨਿਬੇੜਨ ਵਾਸਤੇ, ਕਿਉਂਕਿ ਸਿੱਖ ਸ਼ੁਰੂ ਹੋ ਗਈ ਸੀ ਗੱਲ, ਮਤਲਬ ਉਹ ਜਿਹੜੀ ਐਕਚੁਅਲੀ ਪੁਰਾਤਨ ਗੱਲ ਸੀ ਮਹਾਂਪੁਰਖਾਂ ਵੇਲੇ ਸ਼ੁਰੂ ਹੋ ਗਈ ਸੀ, ਪਰ ਉਹ ਵੀ ਕਾਇਮ ਨਹੀਂ ਰਹਿਣ ਦਿੱਤੀ ਗਈ। ਪ੍ਰੋਫੈਸਰ ਦੀਪ ਸਿੰਘ ਜੀ, ਸਾਡੇ ਕੋਲ ਤਕਰੀਬਨ 1.5 ਮਿੰਟ ਦਾ ਸਮਾਂ ਬਾਕੀ, ਮੈਂ ਕਹਾਂਗਾ 1 ਮਿੰਟ ਜੇ ਤੁਸੀਂ ਆਪਣੀ ਗੱਲ ਕੰਪਲੀਟ ਕਰੋ ਆਖਿਰ ਦੇ ਵਿੱਚ। ਹਾਂਜੀ, ਮਸਲੇ ਬਹੁਤ ਵੱਡੇ ਆ ਪਰ ਕੋਈ ਮਸਲਾ ਨਹੀਂ ਹੁੰਦਾ ਜਿਹਦਾ ਹੱਲ ਨਾ ਹੋਵੇ। ਠੀਕ ਹੈ, ਸਾਨੂੰ ਅੱਜ ਲੀਡਰਸ਼ਿਪ ਦੀ ਨਹੀਂ ਇੰਟੈਲੈਕਚੁਅਲ ਲੀਡਰਸ਼ਿਪ ਦੀ ਲੋੜ ਆ। ਇਸ ਲਈ ਨੌਜਵਾਨਾਂ ਨੂੰ ਬੇਨਤੀ ਹੈ ਕਿ ਜਿਹੜਾ ਚਲੰਤ ਜਿਹਾ ਐਕਟਿਵਿਜ਼ਮ ਹੈ ਉਹ ਤੋਂ ਦੂਰ ਰਹਿਣ। ਗੰਭੀਰ ਪੜ੍ਹਾਈ ਲਿਖਾਈ ਦੇ ਐਕਟਿਵਿਜ਼ਮ ਕਿਹਨੂੰ ਕਹਿੰਦੇ ਹੋ ਤੁਸੀਂ?
ਨਾਅਰੇਬਾਜ਼ੀ ਜਿਹਦੇ ਚ ਤੁਸੀਂ ਆਪਣਾ ਰੋਜ਼ਗਾਰ ਕਰਕੇ ਬੈਠ ਜਾਣਾ ਹੈ, ਸੋ ਜਾਂ ਪਰਚੇ ਵੰਡੀ ਜਾਣੇ ਆ ਜਾਂ ਸੋਸ਼ਲ ਮੀਡੀਆ ਤੇ ਬਹਿਸਾਂ, ਉਹਨਾਂ ਨੂੰ ਚਾਹੀਦਾ ਹੈ ਵੀ ਗੰਭੀਰ ਅਧਿਐਨ ਦੇ ਪਾਸੇ ਜਾਣ, ਜੀ ਕਵਿਤਾ ਫਿਕਸ਼ਨ ਲਿਖਣ ਵਾਲੇ ਪਾਸੇ ਜਾਣ। ਸੋ ਸੰਜੀਦਾ ਲਿਟਰੇਚਰ, ਸੰਜੀਦਾ ਫਲਸਫਾ ਪਹਿਲਾਂ ਉਹਦਾ ਅਧਿਐਨ ਕਰਨ, ਫਿਰ ਉਸ ਤਰ੍ਹਾਂ ਦੀ ਸਿਰਜਣਾ ਦੇ ਰਾਹ ਪੈਣ, ਇੰਟੈਲੈਕਚੁਅਲ ਲੀਡਰਸ਼ਿਪ ਦੇ ਰਾਹ ਯੂਥ ਪਵੇ, ਦੂਜੀ ਲੀਡਰਸ਼ਿਪ ਦੇ ਰਾਹ ਨਾ ਪਵੇ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਵੇਖਦੇ ਵਕਤ ਖਤਮ ਹੋ ਗਿਆ। ਆਪ ਜੀ ਦੇ ਬਹੁਤ ਸਾਰੀਆਂ ਫੋਨ ਕਾਲਸ ਆ ਰਹੀਆਂ ਸਨ, ਲੇਕਿਨ ਮੈਂ ਫੋਨ ਕਾਲਸ ਜ਼ਿਆਦਾ ਨਹੀਂ ਲੈ ਸਕਿਆ, ਇਸ ਗੱਲ ਦੇ ਲਈ ਖਿਮਾ। ਲੇਕਿਨ ਜਿਨ੍ਹਾਂ ਨੇ ਫੋਨ ਰਾਹੀਂ ਸ਼ਮੂਲੀਅਤ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਖਾਸ ਅਤੇ ਵਿਸ਼ੇਸ਼ ਧੰਨਵਾਦ ਸਤਿਕਾਰਯੋਗ ਪ੍ਰਭ ਸ਼ਰਨਦੀਪ ਸਿੰਘ ਸਾਹਿਬ ਜੀ ਦਾ ਔਰ ਪ੍ਰਭ ਸ਼ਰਨਵੀਰ ਸਿੰਘ ਸਾਹਿਬ ਜੀ ਦਾ। ਪ੍ਰਭ ਸ਼ਰਨਵੀਰ ਸਿੰਘ ਤਾਂ ਬਹੁਤ ਦੂਰੋਂ ਚੱਲ ਕੇ ਸਾਡੇ ਕੋਲ ਆਏ ਨੇ, ਲੇਕਿਨ ਪ੍ਰਭ ਸ਼ਰਨਦੀਪ ਸਿੰਘ ਸਾਹਿਬ ਜੀ ਨੇ ਕਿਹਾ ਕਿ ਮੇਰੀਆਂ ਅੱਗੋਂ ਵੀ ਸੇਵਾਵਾਂ ਅਰਪਿਤ ਰਹਿਣਗੀਆਂ। ਵਕਤ ਜਦੋਂ ਬਣੇਗਾ ਆਪਾਂ ਪ੍ਰਭ ਸ਼ਰਨਦੀਪ ਸਿੰਘ ਸਾਹਿਬ ਜੀ ਨੂੰ ਫੇਰ ਵੀ ਸੱਦਾਂਗੇ, ਆਪ ਜੀ ਦੇ ਰੂਬਰੂ ਕਰਾਂਗੇ। ਅੱਜ ਦੀ ਸੇਵਾ ਇੰਨੀ ਕੀ ਪ੍ਰਵਾਨ ਕਰ ਲੈਣੀ। ਹੋਈਆਂ ਭੁੱਲਾਂ ਦੀ ਖਿਮਾ, ਵਿਚਾਰ ਆਪਣੇ ਆਪਣੇ, ਫਿਰ ਵੀ ਕੋਈ ਗਲਤੀ ਹੋ ਗਈ ਹੋਵੇ ਤਾਂ ਦੋਨੋਂ ਹੱਥ ਜੋੜ ਕੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।